ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਸੁਣਦਿਆਂ ਸੁਰਤ ਨੇ ਐਸੀ ਉਡਾਰੀ ਖਾਧੀ ਕਿ ਮਾਨੋ ਦੁਨੀਆ ਹੀ ਪਲਟ ਗਈ। ਕੀ ਦਿਸਦਾ ਹੈ ਕਿ ਇੱਕ ਡਾਢਾ ਹੀ ਅਸਚਰਜ ਸੁੰਦਰ ਸ਼ਹਿਰ ਨਜ਼ਰੀ ਪੈਂਦਾ ਹੈ, ਜਿਸ ਦੀ ਉਪਮਾ ਲਿਖਣੀ ਮਨੁੱਖ ਦੀ ਕਲਮ ਤੋਂ ਦੂਰ ਹੈ, ਕਿਉਂਕਿ ਇਸ ਦੀ ਉਸਾਰੀ ਐਸੇ ਪਦਾਰਥਾਂ ਨਾਲ ਹੋਈ ਹੈ ਜਿਹੜੇ ਮਨੁੱਖ ਦੀ ਸਮਝ ਔਰ ਅਕਲ ਤੋਂ ਬਹੁਤ ਦੂਰ ਹਨ। ਇਸ ਦੇ ਘਰ ਕਦੀ ਡਿੱਗਦੇ ਢਹਿੰਦੇ ਨਹੀਂ, ਪੁਰਾਣੇ ਨਹੀਂ ਹੁੰਦੇ, ਨਿਤ ਨਵੇਂ ਨਜ਼ਰ ਆਉਂਦੇ ਹਨ। ਦਿਨ ਰਾਤ ਦਾ ਉੱਥੇ ਵੇਰਵਾ ਨਹੀਂ ਹੈ, ਨਾ ਕੋਈ ਦੁੱਖ ਹੈ ਨਾ ਦਰਦ ਹੈ, ਇਹਨਾਂ ਦਾ ਨਾਮ ਵੀ ਨਹੀਂ ਹੈ। ਫਿਰ ਇਉਂ ਲੱਗਦਾ ਹੈ ਸ਼ਾਇਦ ਇਸੇ ਸ਼ਹਿਰ ਦਾ ਨਾਂ ਬੇਗਮਪੁਰਾ ਹੋਵੇ। ਨਾ ਕੋਈ ਚੋਰ ਜਵਾਰੀਆ ਇੱਥੇ ਵੱਸਦਾ ਹੈ, ਨਾ ਕੋਈ ਚੌਂਕੀ ਪਹਿਰਾ ਸਿਪਾਹੀ, ਕੁਝ ਵੀ ਤੇ ਨਹੀਂ ਨਾ। ਇੱਕ ਤੋਂ ਇੱਕ ਚੜ੍ਹਦੇ ਤੇ ਸੁੰਦਰ ਮਹਿਲ ਮਾੜੀਆਂ, ਉਹਨਾਂ ਦੇ ਵਿੱਚ ਵੱਸਦੇ ਹੋਏ ਸਾਧੂ ਪੁਰਸ਼, ਜਿਨ੍ਹਾਂ ਦੀ ਬਿਰਤੀ ਕਿਸੇ ਅਹਿਲ ਖੜੇ ਦਰਖਤ ਦੀ ਤਰ੍ਹਾਂ ਅਡੋਲ ਹੈ। ਇਹ ਮਕਾਨ ਐਸੇ ਨੇ ਕਿ ਜਿਸ ਵੇਲੇ ਖਿਆਲ ਕਰੋ ਤੇ ਉਹੋ ਜਿਹੇ ਖਿਆਲ ਅਨੁਸਾਰ ਬਣ ਜਾਂਦੇ ਨੇ, ਆਪੇ ਉਸਰ ਜਾਂਦੇ ਨੇ, ਇੱਛਾ ਅਨੁਸਾਰ ਬਦਲ ਵੀ ਜਾਂਦੇ ਨੇ, ਪਰ ਅੰਦਰ ਦੇ ਵਸਨੀਕਾਂ ਦੀ ਬਿਰਤੀ ਅਡੋਲ, ਅਟਲ, ਅਡਿਗ, ਨਿਰੰਤਰ ਸਥਿਰ ਰਹਿੰਦੀ ਹੈ, ਸਹਿਜ ਵਿੱਚ ਰਹਿੰਦੀ ਹੈ। ਜਦ ਕਿਧਰੇ ਇਹਨਾਂ ਨੂੰ ਬਦਲਣ ਦਾ ਖਿਆਲ ਆਵੇ ਮਕਾਨਾਂ ਨੂੰ, ਉਹਨਾਂ ਦੀ ਥਾਵੇਂ ਉਸ ਤਰ੍ਹਾਂ ਦੇ ਉਸਰ ਜਾਂਦੇ ਨੇ। ਨਾ ਤਾਂ ਇਹ ਮਕਾਨ ਇੱਟਾਂ ਪੱਥਰਾਂ ਦੇ ਬਣੇ, ਸਗੋਂ ਇੰਜ ਲੱਗਦਾ ਹੈ ਕਿਸੇ ਖਿਆਲ ਨਾਲੋਂ ਵੀ ਸੂਖਸ਼ਮ ਵਸਤੂ ਦੇ ਬਣੇ ਹੋਏ ਹਨ। ਇਹਨਾਂ ਘਰਾਂ ਵਿੱਚ ਰਹਿਣ ਵਾਲੇ ਸੁੰਦਰਤਾ ਦੀ ਚੰਗਿਆਈ ਦੀਆਂ ਮੂਰਤਾਂ ਹਨ, ਜਿਨ੍ਹਾਂ ਦੇ ਚਿਹਰਿਆਂ ਪਰ ਐਸਾ ਪ੍ਰਕਾਸ਼ ਹੈ ਕਿ ਜਿਹਾ ਸੂਰਜ ਦਾ ਵੀ ਨਹੀਂ ਹੁੰਦਾ। ਇਹਨਾਂ ਦੇ ਚਿਹਰੇ ਨਿਤ ਬਸੰਤ ਰੁੱਤ ਵਾਂਗ ਖਿੜੇ ਰਹਿੰਦੇ ਨੇ ਤੇ ਆਕਾਸ਼ ਵਾਂਗੂ ਨਿਰਮਲ, ਸੁਗੰਧਿਤ ਔਰ ਸ਼ੁੱਧ ਹਨ। ਇਹਨਾਂ ਦੇ ਦੁਆਲੇ ਪ੍ਰੇਮ ਦੇ ਕੱਪੜੇ ਪਹਿਨੇ ਹੋਏ ਹਨ। ਕੋਈ ਪੁਰਖ ਨੰਗਾ ਲੈ, ਪਰ ਲੱਗਦਾ ਕੱਪੜਾ ਵੀ ਕਿਸੇ ਨੇ ਨਹੀਂ ਪਾਇਆ। ਇਹ ਕੱਪੜੇ ਸਾਡੇ ਕੱਪੜਿਆਂ ਵਰਗੇ ਨਹੀਂ ਹਨ, ਪਰ ਕਿਸੇ ਪ੍ਰਕਾਸ਼ ਵਰਗੀ ਸ਼ੈ ਦੇ ਬਣੇ ਹੋਏ ਹਨ, ਜਿਨ੍ਹਾਂ ਦੇ ਰੰਗ ਅਜੀਬ ਤੇ ਐਤਨੀਆਂ ਵੰਨਾਂ ਦੇ ਹਨ ਕਿ ਧਰਤੀ ਉਤੇ ਕਦੇ ਉਤਨੇ ਰੰਗ ਡਿੱਠੇ ਹੀ ਨਹੀਂ। ਚਮਕ ਦਮਕ ਤੇ ਲਹਿਰਾਓ ਵੀ ਅਜੀਬ ਹੈ। ਰੋਟੀ ਦਾਲ ਭਾਜੀ ਦੀ ਇੱਥੇ ਕੋਈ ਬਾਸ਼ਨਾ ਨਹੀਂ। ਨਾਮ ਰਸ ਤੇ ਕੀਰਤਨ ਨਾਮੇ ਇੱਕ ਪਦਾਰਥ ਹੈ ਜੋ ਇਹਨਾਂ ਲੋਕਾਂ ਦਾ ਆਧਾਰ ਤੇ ਆਹਾਰ ਹੈ। ਜਗ੍ਹਾ ਜਗ੍ਹਾ ਐਸੇ ਸੁੰਦਰ ਫੁਹਾਰੇ ਅਨੋਖੇ ਫੁਲਵਾੜੀਆਂ ਵਿੱਚ ਸੱਜੇ ਹੋਏ ਸ਼ੋ ਰਹੇ ਹਨ, ਜਿਨ੍ਹਾਂ ਦਾ ਸੁਹਾਓ ਤੇ ਫਬਾਓ ਮਨ ਨੂੰ ਮੋਹੀ ਜਾਂਦਾ ਹੈ। ਪਰ ਇਹ ਫੁਹਾਰੇ ਪਾਣੀ ਤੇ ਫੁੱਲ ਸਾਡੀ ਧਰਤੀ ਵਰਗੇ ਨਹੀਂ ਹੈ, ਕਿਸੇ ਅਨੋਖੀ ਸੂਖਸ਼ਮ ਸਹਿ ਦੇ ਹਨ। ਫੁਹਾਰੇ ਬਰਸਦੇ ਵੇਖ ਕੇ ਜੀ ਗਾਓ ਉੱਠਦਾ ਹੈ, ਬਰਸ ਕਨਾ ਮੇਰਾ ਮਨ ਭੀਨਾ, ਅੰਮ੍ਰਿਤ ਬੂੰਦ ਸੁਹਾਨੀ ਹੀਰ ਹੈ, ਗੁਰਮੋਹੀ ਮਨ ਹਰ ਰਸ ਲੀਨਾ। ਫਿਰ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਛੁਟਤ ਪ੍ਰਵਾਹ ਅਮੈ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੈ ਸੰਤ ਕਰਹਿ ਮਨ ਮੱਜਨ, ਪੁਬ ਜਿਨਹੁ ਸੇਵਾ ਕਰਿਆ, ਤਿਨ ਭਾਉ ਨਿਵਾਰ ਅਨਭੈ ਪਦ ਦੀਨਾ, ਸ਼ਬਦ ਮਾਤਰ ਤੇ ਉਦਰ ਧਰੇ, ਕਵ ਕਲ ਠਾਕਰ ਹਰਦਾਸ ਤਲੇ, ਗੁਰ ਰਾਮਦਾਸ ਸਰ ਅਭਰ ਭਰੇ। ਇਸ ਅਸਚਰਜ ਸ਼ਹਿਰ ਦੀ ਵਿਆਖਿਆ ਹੇਠ ਲਿਖੇ ਸ਼ਬਦਾਂ ਵਿੱਚ ਵੀ ਲਿਖੀ ਹੈ।
सहज सिफत भगत तत ज्ञाना, सदा आनंद निश्चल सच थाना। तहां संगत साध गुण रसै, अनभाव नगर तहां सद वसै। तह भाव भरमा सोग न चिंता, आवन जान मृत ना होता। तह सदा आनंद अनहत आखारे, भगत वस हैं कीर्तन आधारे। पार ब्रह्म का अंत ना पार, कौन करे तां का विचार। कहो नानक जिस कृपा करै, निश्चल थान साध संग तरੈ। इसी ਨੂੰ भगत रविदास जी ने इंज भी आख्या, बेगमपुरा शहर को नाव, दुख अंधो नहीं तह ठाऊं। ना तस्वीर खिराज ना माल, खौफ ना खता ना तरस जवाल। अब मोए खूब वतन गह पाई, उहां खैर सदा मेरे पाई। रहा कायम दायम सदा पातशाही, दोम न सेम एक सो आही। आबादान सदा मशहूर, उहां गने बसै मामूर। त्यों त्यों सैल करहै ज्यों पावै, महरम महल ना को अटकावै। कह रविदास खलास चमारा, जो हम सहरी सो मीत हमारा। इथों दी बनस्पति भी बड़ी आश्चर्य है। फुੱਲ ਤੋੜ ਲੋ, ਇੱਕ ਫੁੱਲ ਤੁਹਾਡੇ ਹੱਥ ਵਿੱਚ, ਦੂਜਾ ਫੇਰ ਉੱਥੇ ਪ੍ਰਗਟ। ਟਹਿਣੀ ਖਾਲੀ ਨਹੀਂ ਹੁੰਦੀ। ਤੁਸੀਂ ਕਿਸੇ ਨੂੰ ਤੋੜੋ ਮਰੋੜੋ, ਪਰ ਵਾਤਾਵਰਨ ਐਸਾ ਹੈ ਕਿ ਤੋੜ ਮਰੋੜ ਨੂੰ ਜੀ ਨਹੀਂ ਕਰਦਾ। ਅੰਦਰ ਸ਼ਾਂਤੀ ਹੈ। ਕੋਈ ਸ਼ੈ ਇੱਥੇ ਮਰਦੀ ਨਹੀਂ। ਕਿਸੇ ਜਾਨ ਜੀਵ ਬਨਸਪਤੀ ਨੂੰ ਇੱਥੇ ਮੌਤ ਨਹੀਂ ਵਾਪਰਦੀ। ਇਸ ਸ਼ਹਿਰ ਵਿੱਚ ਇਸ ਤੋਂ ਵੀ ਪਰੇ ਤੇ ਅਪਾਰ ਇੱਕ ਅਤ ਬਹੁਤ ਵਿਸ਼ਾਲ ਸੁੰਦਰਮਈ ਮਹਲ ਹੈ, ਜਿਸ ਦੀ ਇਮਾਰਤ ਐਸੇ ਦਿਵ ਜਵਾਹਰਾਤ ਨਾਲ ਬਣੀ ਹੋਈ ਹੈ ਜਿਨ੍ਹਾਂ ਦੀ ਸੁੰਦਰਤਾ ਅੱਖਾਂ ਝੱਲ ਨਹੀਂ ਸਕਦੀਆਂ। ਔਰ ਸਿਰ ਤੋਂ ਪੈਰਾਂ ਤੀਕ ਸਭ ਹੀਰੇ ਪੰਨੇ ਨਾਲੋਂ ਵੀ ਸੋਹਣੇ ਤੇ ਅਮੋਲਕ ਪੱਥਰ ਵਰਗੇ ਪਰ ਸੂਖਸ਼ਮ ਰਤਨ ਜੜੇ ਹੋਏ ਹਨ। ਔਰ ਕਾਰੀਗਰ ਦੀ ਅਭੁੱਲ ਅਕਲ ਇਸ ਨੂੰ ਐਸਾ ਸਜਾਇਆ ਹੈ, ਐਸਾ ਫਬਾਇਆ ਹੈ, ਐਸਾ ਰਚਿਆ ਹੈ ਕਿ ਦੇਖਦਿਆਂ ਹੀ ਅਕਲ ਅਚਰਜ ਹੋ ਉੱਥੇ ਦੀ ਉੱਥੇ ਰੁਕ ਜਾਂਦੀ ਹੈ। ਇਸ ਦੇ ਅੰਦਰ ਐਸਾ ਪ੍ਰਕਾਸ਼ ਹੈ ਕਿ ਜੋ ਕੰਧਾਂ ਦੇ ਵਿੱਚ ਦੀ ਹੋ ਕੇ ਬਾਹਰ ਚਾਰ ਚੁਫੇਰੇ ਰੰਗ ਰੰਗ ਦਾ ਚਾਨਣ ਦੇ ਰਿਹਾ ਹੈ। ਮਾਨੋ ਕੰਧਾਂ ਸ਼ੀਸ਼ੇ ਨਾਲੋਂ ਵੀ ਵਧੇਕ ਪਾਰਦਰਸ਼ਕ ਹਨ। ਨੇੜੇ ਗਿਆ ਕੰਧ ਵਿੱਚੋਂ ਐਸੀ ਸੁਗੰਧੀ ਆਉਂਦੀ ਹੈ ਕਿ ਜਿਸ ਦੇ ਅਸਰ ਨਾਲ ਮਾਨੋ ਬਿਰਤੀ 10ਵੇਂ ਦੁਆਰ ਚੜ ਜਾਂਦੀ ਹੈ। ਔਰ ਐਸਾ ਭਾਸਦਾ ਹੈ ਕਿ ਜ਼ਿਕਰ ਸੂਰਜ ਦੀਆਂ ਕਿਰਨਾਂ ਚਾਰ ਚਫੇਰੇ ਪਸਰ ਕੇ ਅਨੇਕਾਂ ਧਰਤੀਆਂ ਨੂੰ ਪ੍ਰਕਾਸ਼, ਗਰਮੀ ਤੇ ਤੇਜ ਦਾ ਦਾਨ ਬਖਸ਼ਦੀਆਂ ਹਨ ਔਰ ਜਿੰਦ ਵਾਲੇ ਜੀਵਾਂ ਦੀ ਉਤਪਤੀ ਤੇ ਵਾਧਾ ਕਰਦੀਆਂ ਹਨ। ਤਿੱਕਰ ਇਸ ਮਹਿਲ ਦੇ ਪ੍ਰਕਾਸ਼ ਦੀਆਂ ਕਿਰਨਾਂ ਬ੍ਰਹਿਮੰਡਾਂ ਵਿੱਚੋਂ ਫੈਲ ਕੇ ਸੂਰਜਾਂ ਨੂੰ ਗਰਮ, ਤੇਜ, ਜੀਵ ਸਤਾ, ਚੰਦਾਂ ਨੂੰ ਪ੍ਰਕਾਸ਼, ਸੀਤਲਤਾ, ਪ੍ਰਿਥਵੀਆਂ ਨੂੰ ਮੌਲਨ ਸ਼ਕਤੀ, ਜੀਵਾਂ ਨੂੰ ਜਿੰਦ ਪ੍ਰਤਪਾਲਨ ਔਰ ਆਤਮਿਕ ਜੀਵਾਂ ਨੂੰ ਆਤਮਿਕ ਸਤਾ ਪ੍ਰਦਾਨ ਕਰਦੀਆਂ ਹਨ। ਸਾਰੇ ਸੰਸਾਰ ਵਿੱਚ ਜੋ ਕੁਝ ਹੈ ਸਭ ਇਹਨਾਂ ਦੇ ਬਲ ਦੇ ਆਸਰੇ ਹੈ। ਇਸ ਮਹਿਲ ਨੂੰ ਉਸ ਦੇਸ਼ ਦੇ ਲੋਕੀ ਸਰੂਪ ਆਖਦੇ ਹਨ। ਇਸ ਮਹਿਲ ਦੀ ਠੀਕ ਉਪਮਾ ਇਸ ਸ਼ਬਦ ਵਿੱਚ ਹੈ, ਸੂਖ ਮਹਿਲ ਜਾਂ ਕੇ ਊਚ ਦੁਆਰੇ, ਤਾਂ ਮੈਂ ਵਸ ਹੈ ਭਗਤ ਪਿਆਰੇ। ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਵਿਰਲੇ ਕਾਹੂ ਨੇਤਰੋ ਡੀਠੀ। ਰਹਾਓ ਤਹਿ ਗੀਤ ਨਾਦ ਆਖਾਰੇ ਸੰਗਾ, ਊਹਾਂ ਸੰਤ ਕਰਹਿ ਹਰ ਰੰਗਾ। ਤਹਿ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਗੋਹਜ ਕਥਾ ਇਹ ਗੁਰ ਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ। ਐਸੇ ਸੁੰਦਰ ਮਹਿਲ ਨੂੰ ਵੇਖ ਕੇ ਇਸ ਦੇ ਅੰਦਰ ਜਾਣ ਨੂੰ ਦਿਲ ਕੀਤਾ।
ਟਰਕੀ ਵੇਖੀਏ, ਬੂਹੇ ਬੰਦ ਨਜ਼ਰ ਆਉਂਦੇ ਹਨ ਔਰ ਕੋਈ ਵਿਧੀ ਵੀ ਨਜ਼ਰ ਨਹੀਂ ਆਉਂਦੀ ਕਿ ਜਿਸ ਨਾਲ ਅੰਦਰ ਜਾਣ ਦੀ ਕੋਈ ਡੌਲ ਬਣੇ। ਥੋੜ੍ਹੇ ਚਿਰ ਮਗਰੋਂ ਇੱਕ ਬੜਾ ਦਿਵ ਜੋਤੀ ਪੁਰਸ਼, ਜਿਸ ਦੇ ਤੇਜ ਨਾਲ ਅੱਖਾਂ ਚੰਦਿਆਉਂਦੀਆਂ ਜਾਂਦੀਆਂ ਹਨ, ਬੂਹੇ ਦੇ ਅੱਗੇ ਅਤ ਪ੍ਰੇਮ ਔਰ ਨਿਮਰਤਾ ਨਾਲ ਹੱਥ ਜੋੜ ਖਲੋਤਾ, ਮਨ ਨੂੰ ਮੋਹ ਲੈਣ ਵਾਲੀ ਸੁਰ ਵਿੱਚ ਗਾਉਂਦਾ ਮਿਲਿਆ। ਵਿਸਰਹਿ ਨਾਹੀਂ ਜਿਤ ਤੂੰ ਕਬਹੂ, ਸੋ ਥਾਨ ਤੇਰਾ ਕਿਹਾ, ਆਠ ਪਹਿਰ ਜਿਤ ਤੁਧ ਤੇ ਆਈ, ਨਿਰਮਲ ਹੋਵੇ ਦੇਹਾ। ਮੇਰੇ ਰਾਮ ਹਾਂ ਸੋ ਥਾਨ ਭਾਲਣ ਆਇਆ, ਖੋਜਤ ਖੋਜਤ ਭਇਆ ਸਾਧ ਸੰਗ, ਤਿਨ ਸਰਨਾਈ ਪਾਇਆ। ਦਰ ਮਾਂਡੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ। ਇਸ ਮਹਤਪੁਰਸ਼ ਦੀ ਬੇਨਤੀ ਨੇ ਅੱਖਾਂ ਵਿੱਚ ਜਲ ਭਰ ਦਿੱਤਾ ਔਰ ਐਸਾ ਪ੍ਰਵਾਹ ਚਲਾਇਆ ਕਿ ਮਾਨੋ ਸਾਵਨ ਦੀ ਝੜੀ ਲੱਗ ਗਈ। ਫਿਰ ਇੱਕ ਹਲੋਰਾ ਆਇਆ, ਮਾਨੋ ਸੱਤੇ ਸੁੱਧਾ ਭੁੱਲ ਗਈਆਂ, ਹਿੱਕੇ ਮੋਰਛਾ ਹੋ ਗਈ। ਇਸ ਸ਼ਹਿਰ ਵਿੱਚ ਕਿਸੇ ਪੁਰਸ਼ ਦਾ ਪਰਛਾਵਾਂ ਨਹੀਂ ਡਿੱਠਾ, ਪਰ ਆਪਣਾ ਪਰਛਾਵਾਂ ਵੇਖ ਵੇਖ ਕੇ ਸ਼ਰਮ ਜੀ ਆ ਰਹੀ ਸੀ, ਤੇ ਹੁਣ ਚੁਫੇਰੇ ਡਿੱਠਾ ਤਾਂ ਆਪਣਾ ਪਰਛਾਵਾਂ ਵੀ ਗਾਇਬ ਹੋ ਗਿਆ। ਉਸ ਪਰਮ ਪ੍ਰਕਾਸ਼ ਰੂਪ ਵਾਜੂ ਮੰਡਲ ਵਿੱਚ ਐਸਾ ਕੋਈ ਹਨੇਰਾ ਪੱਖ ਨਜ਼ਰ ਨਹੀਂ ਆਉਂਦਾ। ਪਰਛਾਵਾਂ ਤੇ ਬੜੀ ਦੂਰ ਦੀ ਗੱਲ ਹੈ। ਇੰਨੇ ਚਿਰ ਨੂੰ ਬੂਹਾ ਖੁੱਲਿਆ ਤੇ ਉਸ ਪ੍ਰੇਮੀ ਪੁਰਖ ਨੂੰ ਅੰਦਰ ਆਉਣ ਦੀ ਸਹਿਮਤ ਹੋਈ, ਪਰ ਉਸ ਧਰਮੀ ਮਹਾਤਮਾ ਨੇ ਖੱਬੇ ਹੱਥ ਨਾਲ ਸਾਡੀ ਉਂਗਲ ਫੜ ਲਈ ਔਰ ਆਪਣੇ ਨਾਲ ਹੀ ਅੰਦਰ ਲੈ ਗਿਆ। ਉਹ ਤਾਂ ਅੱਗੇ ਲੰਘ ਕੇ ਆਦਰ ਦੀ ਥਾਂ ਤੇ ਬੈਠ ਗਿਆ ਤੇ ਸਾਡੀ ਦ੍ਰਿਸ਼ਟੀ ਐਸੀ ਚੁੰਧਿਆਈ ਕਿ ਅਸੀਂ ਬੂਹੇ ਦੇ ਨਾਲ ਹੀ ਕੰਧ ਦੀ ਮੂਰਤ ਵਾਂਗੂ ਕੰਧ ਨਾਲ ਲੱਗੇ ਖੜੇ ਰਹਿ ਗਏ। ਕੁਝ ਚਿਰ ਮਗਰੋਂ ਜਦ ਨਜ਼ਰ ਉਸ ਪ੍ਰਕਾਸ਼ ਵਿੱਚ ਕੰਮ ਕਰਨ ਲੱਗੀ, ਤਦ ਸਿਰ ਬੇਵਸਾ ਝੁਕ ਗਿਆ। ਅਰੇ ਸ਼ਬਦ ਮੂੰਹੋਂ ਆਪ ਮੁਹਾਰੇ ਨਿਕਲਿਆ, ਘਰ ਮਹਿ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ, ਪੰਜ ਸ਼ਬਦ ਤੁਨ ਕਾਰ ਤੁਨ, ਤਹ ਬਾਜੈ ਸ਼ਬਦ ਨਿਸ਼ਾਨ, ਦੀਪ ਲੋ ਪਾਤਾਲ ਤਹ, ਖੰਡ ਮੰਡਲ ਹੈਰਾਨ, ਤਾਰ ਘੋਰ ਬਚਿੰਤਰ ਤਹ, ਸਾਚ ਤਖਤ ਸੁਲਤਾਨ, ਸੁਖਮਨ ਕਹਿ ਕਰ ਰਾਗ ਸੁਨ, ਸੁਨ ਮੰਡਲ ਲਿਵ ਲਾਏ, ਅਕਥ ਕਥਾ ਵਿਚਾਰੀਐ, ਮਨਸਾ ਮਨੈ ਸਮਾਏ, ਉਲਟ ਕਮਲ ਅੰਮ੍ਰਿਤ ਭਰਿਆ, ਏ ਮਨ ਕਤਹੁ ਨ ਜਾਏ, ਅਜੱਪਾ ਜਾਪ ਨ ਵਿਸਰੈ, ਆਦ ਜੁਗਾਦ ਸਮਾਏ, ਸਭ ਸਖੀਆਂ ਪੰਚੈ ਮਿਲੈ, ਗੁਰਮੁਖ ਨਿਜ ਕਰ ਵਾਸ, ਸ਼ਬਦ ਖੋਜ ਇਹ ਕਰ ਲਹੈ, ਨਾਨਕ ਤਾਂ ਕਾ ਦਾਸ। ਜ਼ਿਕਰ ਪੋਹ ਦੀ ਕਾਲੀ ਹਨੇਰੀ ਪਰ ਨਿਰਮਲ ਰਾਤ ਨੂੰ ਆਕਾਸ਼ ਵਿੱਚ ਅਰਬਾਂ ਖਰਬਾਂ ਤਾਰੇ ਢਲਕਦੇ ਦਿਸਦੇ ਹਨ। ਉਹਨਾਂ ਤਾਰਿਆਂ ਦੀ ਗਿਣਤੀ ਨਾਲੋਂ ਕਰੋੜਾਂ ਗੁਣਾ ਵਧੇਕ ਤਾਰੇ, ਜਿਨ੍ਹਾਂ ਦਾ ਪ੍ਰਕਾਸ਼ ਕਰੋੜਾਂ ਸੂਰਜਾਂ ਨਾਲੋਂ ਅਧਿਕ ਸੀ, ਉਸ ਮਹਿਲ ਦੀ ਛੱਤ ਨਾਲ ਜੋੜੇ ਹੋਏ ਇਸ ਤਰ੍ਹਾਂ ਦੇ ਪ੍ਰਤੀਤ ਸਨ ਕਿ ਮਾਨੋ ਘੜੀਆਂ ਦੀ ਥਾਂ ਇਹ ਅਭੌਤਿਕ ਤਾਰੇ ਹੀ ਪਾਏ ਗਏ ਹੋਣ। ਇਸ ਦੀਆਂ ਕੰਧਾਂ ਐਸੀਆਂ ਚਮਕਦੀਆਂ ਸਨ ਜਿਵੇਂ ਜੋਗੀ ਪੁਰਸ਼ ਦਾ ਮਸਤਕ। ਫਰਸ਼ ਐਸਾ ਅਚਰਜ ਜਿਕਰ ਸਾਡੀ ਦੁਨੀਆ ਵਿੱਚ ਪੁੰਨਿਆਂ ਦੇ ਚੰਦ ਦੀ ਚਾਨਣੀ ਦਾ ਵਿਛਾਉਣਾ ਕਿਸੇ ਨੇ ਵਿਛਾਇਆ ਹੋਵੇ। ਕਿਸੇ ਪਾਰੇ ਦੇ ਸ਼ੰਭਪੁਰ ਵਿਛਿਆ ਹੋਇਆ ਬੜਾ ਦੂਰ ਤੱਕ ਚਾਨਣੀ ਦਾ ਵਿਛਾਉਣਾ। ਹੋਰ ਜੋ ਜੋ ਪਦਾਰਥ ਇੱਥੇ ਡਿੱਠੇ ਸੋ ਐਸੇ ਅਨੋਖੇ ਸਨ ਕਿ ਨਾ ਕਦੀ ਧਰਤੀ ਪਰ ਵੇਖੇ ਔਰ ਨਾ ਸਾਡੀਆਂ ਬੋਲੀਆਂ ਵਿੱਚ ਉਹਨਾਂ ਦੇ ਨਾਮ ਹਨ, ਔਰ ਨਾ ਜੀਵ ਦੀ ਐਸੀ ਸਮਝ ਹੈ ਕਿ ਜਿਸ ਨਾਲ ਉਹਨਾਂ ਦੇ ਸਰੂਪ ਨੂੰ ਫੜ ਸਕੇ। ਨਾ ਸਾਡੀ ਬੋਲੀ, ਨਾ ਸਾਡੇ ਇਹੋ ਜਿਹੇ ਅਰਥ ਪਦ ਕਿ ਉਹਨਾਂ ਵਿੱਚ ਵਰਣਨ ਹੋ ਸਕੇ।
ਪਰ ਮਾਤ ਲੋਕ ਦੇ ਜੀਵਾਂ ਦੀ ਸਮਝ ਗੋਚਰਾ ਕਰਨੇ ਲਈ ਸਾਡੀ ਬੋਲੀ ਵਿੱਚ ਐਉਂ ਵਰਣਨ ਹੋ ਸਕਦਾ ਹੈ। ਇੱਕ ਅਤ ਸੁੰਦਰ ਤਖਤ ਜਗਮਗਾਉਂਦਾ ਵਿਛਿਆ ਹੋਇਆ ਸੀ, ਜਿਸ ਦੀ ਬਨਾਵਟ ਐਸੀ ਮਾਲੂਮ ਹੁੰਦੀ ਸੀ ਕਿ ਬਿਜਲੀ ਨਾਲੋਂ ਵਧੇਕ ਸੂਖਮ ਤੇ ਤੇਜ ਵਾਲੇ ਪਦਾਰਥਾਂ ਦਾ ਬਣਿਆ ਹੋਇਆ ਹੈ। ਇਸ ਦੇ ਉੱਤੇ ਇੱਕ ਜਯੋਤੀ ਸਰੂਪ ਬਿਰਾਜਮਾਨ ਹੈ, ਜਿਸ ਦੀ ਕੋਈ ਸੂਰਤ ਜਾਂ ਸ਼ਕਲ ਨਹੀਂ ਹੈ। ਬੈਠਾ ਤਖਤਪੁਰ ਹੈ, ਪਰ ਜਦ ਨੀਝ ਲਾ ਕੇ ਵੇਖੋ ਤਾਂ ਸਾਰੇ ਬ੍ਰਹਿਮੰਡਾਂ ਵਿੱਚ ਵਿਆਪਕ ਦਿਸਦਾ ਹੈ। ਵਣਾ ਤ੍ਰਿਣਾ ਪਰਬਤਾਂ ਵਿੱਚ ਰਵਿਆ ਹੋਇਆ, ਸੂਖਸ਼ਮ ਐਸਾ ਕਿ ਕਰੜੇ ਤੋਂ ਕਰੜੇ ਪਦਾਰਥਾਂ ਵਿੱਚ ਗਤੀ ਰੱਖਦਾ ਹੈ। ਜਯੋਤੀ ਵਾਲਾ ਐਸਾ ਕਿ ਸੌਣ ਦੀਆਂ ਕਰੋੜਾਂ ਬਿਜਲੀਆਂ ਇਕੱਠੀਆਂ ਕੀਤੀਆਂ ਹੋਈਆਂ ਦਾ ਪ੍ਰਕਾਸ਼ ਉਹਦੇ ਸਾਹਮਣੇ ਗ੍ਰਹਿਣੇ ਹੋਏ ਚੰਦਰਮਾ ਨਾਲੋਂ ਵੀ ਮੈਲਾ ਮੈਲਾ ਭਾਸਦਾ ਹੈ। ਫਿਰ ਉਹ ਤੇਜ ਅਤ ਪਿਆਰਾ ਔਰ ਸੁਹਾਣਾ ਹੈ। ਅੱਖਾਂ ਨੂੰ ਚੁਭਦਾ ਨਹੀਂ, ਠੰਡ ਪੈਂਦੀ, ਕਲੇਜਾ ਸੀਤਲ ਹੁੰਦਾ, ਔਰ ਚੁੰਬਕ ਪੱਥਰ ਵਾਂਗੂ ਹਰ ਚੀਜ਼ ਨੂੰ ਆਪਣੇ ਵੱਲ ਖਿੱਚਦਾ। ਉਸ ਦੇ ਦਰਸ਼ਨ ਦਾ ਜੋ ਰਸ ਸੀ ਸੋ ਕਥਨ ਤੋਂ ਬਾਹਰ ਸੀ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੈ ਤੇ ਕਿਆ ਕਹੀਏ। ਇਸ ਤਖਤ ਦੇ ਅੱਗੇ ਚਾਰ ਚਫੇਰੇ ਚੰਦ ਦੇ ਹਾਲੇ ਵਾਂਗੂ ਅਤ ਮਨੋਰ ਘੇਰਾ ਪਾ ਕੇ ਅਣਗਿਣਤ ਜੋਤੀਮੈ ਰੂਪਾਂ ਵਾਲੇ ਬੈਠੇ ਸਨ। ਅਸੀਂ ਜ਼ਿਕਰ ਆਪਣੇ ਮਨ ਦਾ ਹਾਲ ਜੀਭ ਨਾਲ ਦੱਸਦੇ ਹਾਂ ਨਾ, ਫਿਰ ਵੀ ਦੂਜੇ ਦੀ ਸਮਝ ਵਿੱਚ ਘੱਟ ਆਉਂਦਾ। ਤਿਵੇਂ ਉਹਨਾਂ ਦਾ ਹਾਲ ਨਹੀਂ। ਉਹਨਾਂ ਦੇ ਭਾਵ ਚਿਹਰਿਆਂ ਪਰ ਪ੍ਰਗਟ ਸਨ, ਔਰ ਉਹ ਕੇਵਲ ਪ੍ਰੇਮ ਤੇ ਆਨੰਦ ਦੇ ਪੁਸਤਕ ਲਿਖੇ ਹੋਏ ਭਾਸਦੇ ਸਨ। ਇਹਨਾਂ ਮਹਾਤਮਾ ਦੇ ਸਰੂਪ ਦਿਸਦੇ ਤਾਂ ਸਨ, ਪਰ ਐਸੇ ਕੁਝ ਤਰਲ ਰੂਪ ਸਨ ਕਿ ਜੋ ਹੱਥ ਨਾਲ ਛੂਹਿਆ ਸਥੂਲ ਚੀਜ਼ਾਂ ਵਾਂਗੂ ਨਹੀਂ ਸਨ ਜਾਪਦੇ, ਔਰ ਨਾ ਕਿਸੇ ਤਰ੍ਹਾਂ ਭੌਤਿਕ ਜਾਪਦੇ ਸਨ। ਜਿਸ ਵੇਲੇ ਅੰਦਰ ਅਪੜੇ ਤਾਂ ਉਸ ਵੇਲੇ ਇਹ ਸਾਰੇ ਪਿਆਰੇ ਬੜੀ ਪਿਆਰੀ ਔਰ ਦੈਵੀ ਸੁਰ ਨਾਲ ਮਾਨੋ ਇਹ ਰਸੀਲਾ ਸ਼ਬਦ ਗਾ ਰਹੇ ਸਨ। ਇਹ ਗਲੇ ਬੜੇ ਮਿੱਠੇ ਸੁਰ ਵਾਲੇ ਤੇ ਕੰਨ ਵੀ ਬੜੀ ਬਰੀਕ ਆਵਾਜ਼ ਸੁਣਨ ਵਾਲਿਆ, ਤੇ ਗਲੇ ਤੇ ਕੰਨ ਦੇ ਦਰਮਿਆਨ ਵਿੱਚ ਆਵਾਜ਼ ਸੰਗੀਤ ਦੀ ਤਰ੍ਹਾਂ, ਪਰ ਕੋਈ ਅਜੀਬ ਰਸ ਰੂਪ ਨਜ਼ਾਰਾ ਸੀ। ਨਜ਼ਾਰਾ ਸੀ ਕਿ ਸੰਗੀਤ ਕੀ ਕਿਹਾ ਜਾਵੇ। ਇਉਂ ਆਵਾਜ਼ ਆਏ, ਪ੍ਰਤਪਾਲ ਪ੍ਰਭ ਕਿਰਪਾਲ ਕਵਨ ਗੁਣ ਗਨੀ, ਅਨਕ ਰੰਗ ਬਹੁਤ ਰੰਗ ਸਰਬ ਕੋ ਧਨੀ। ਰਹਾਉ ਅਨਕ ਗਿਆਨ ਅਨਕ ਧਿਆਨ ਅਨਕ ਜਾਪ ਜਾਪ ਤਾਪ, ਅਨਕ ਗੁਣਤ ਧੁਨਤ ਲਲਤ ਅਨਕ ਧਾਰ ਮੁਨੀ। ਅਨਕ ਨਾਦ ਅਨਕ ਬਾਜ ਨਿਮਖ ਨਿਮਖ ਅਨਕ ਸਵਾਦ, ਅਨਕ ਦੋਖ ਅਨਕ ਰੋਗ ਮਿਟ ਹੈ ਜਸ ਸੁਨੇ। ਨਾਨਕ ਸੇਵ ਅਪਾਰ ਦੇਵ ਤਟ ਹੈ ਖਟ ਹੈ ਵਰਤ ਪੂਜਾ, ਗਾਵਨ ਭਾਵਨ ਜਾਤਰ ਕਰਨ ਸਗਲ ਫਲ ਪੁੰਨੀ। ਜਦ ਇਹ ਸ਼ਬਦ ਸਮਾਪਤ ਹੋਇਆ ਤਦ ਗੌ ਕਰਕੇ ਕੀ ਡਿੱਠਾ ਕਿ ਉਸ ਤਖਤ ਦੇ ਅੱਗੇ ਇੱਕ ਹੋਰ ਪਿਆਰੀ ਸੂਰਤ ਨਿਰਾਕਾਰ ਰੰਗ ਵਿੱਚ ਰੱਤੀ ਹੋਈ ਬੈਠੀ ਹੈ। ਇਹਨਾਂ ਦਾ ਰੂਪ ਸਾਰੇ ਮਹਾਤਮਾ ਨਾਲੋਂ ਇਸ ਤਰ੍ਹਾਂ ਅਧਿਕ ਸੀ, ਮਾਨੋ ਜਿਸ ਤਰ੍ਹਾਂ ਸੱਜੇ ਹੋਏ ਜਾਂਜੀਆਂ ਦੇ ਵਿੱਚ ਲਾੜੇ ਦਾ ਰੂਪ ਸਭ ਤੋਂ ਵੱਧ ਹੁੰਦਾ ਔਰ ਅਨੋਖੀ ਝਲਕ ਦਿੰਦਾ ਹੈ। ਪ੍ਰੇਮ ਸ਼ਰਧਾ ਭਾਵ ਭਗਤੀ ਪਰਪਕਾਰ ਤੇ ਪੂਰਨ ਗਿਆਨ ਦੇ ਚਿੰਨ੍ਹ ਐਸੇ ਦਿਵਤ ਜਿਵੇਂ ਸੂਰਜ ਦੇ ਪ੍ਰਕਾਸ਼ ਵਿੱਚ ਗਰਮੀ ਰੋਸ਼ਨੀ ਤੇ ਸ਼ਕਤੀ ਬਿਨਾਂ ਉਸ ਦੇ ਸਰੂਪ ਦੇ ਅੱਡ-ਅੱਡ ਹੋਣ ਤੋਂ ਇੱਕ ਰੂਪ ਵਿੱਚ ਮੌਜੂਦ ਹੁੰਦੀ ਹੈ। ਤਖਤਪੁਰ ਬੈਠੇ ਆਗਾਤ ਸਰੂਪ ਔਰ ਇਸ ਪਰ ਉਪਕਾਰ ਮੂਰਤ ਸਨਮੁਖ ਬੈਠੇ ਦਿਵਯ ਮੂਰਤੀ ਵਾਲੇ ਦੇ ਵਿਚਕਾਰ ਇੱਕ ਐਸੀ ਪ੍ਰੇਮ ਦੀ ਡੋਰੀ ਚਮਕਦੀ ਦਿਸਦੀ ਹੈ ਕਿ ਜੋ ਸਾਰੇ ਤਖਤਪੁਰ ਬੈਠੇ ਪ੍ਰੇਮ ਦੇ ਸੋਮੇ ਦੀ ਬਖਸ਼ਿਸ਼ ਔਰ ਸਾਹਮਣੇ ਬੈਠੇ ਦੀ ਉਸ ਨਿਰਵਿਕਾਰ ਅਵਸਥਾ ਤੋਂ ਬਣੀ ਹੋਈ ਹੈ ਜੋ ਪੂਰਨ ਹਉਮੈ ਦੇ ਅਭਾਵ ਵਾਲੀ ਹੁੰਦੀ ਹੈ, ਔਰ ਭੈ ਸੰਯੁਕਤ ਪ੍ਰੇਮ ਤੇ ਭਾਵ ਸੰਯੁਕਤ ਗਿਆਨ ਦੇ ਰੰਗ ਵਾਲੀ ਹੁੰਦੀ ਹੈ।
थोड़े चिर मगरों तख्त पर बैठी हुई प्यारी ज्योतिमय मूर्त और अनंत सूरत ने ऐसा आश्चर्य नज़ारा दिखाया जिसका अनुवाद साड़ी समझ वास्ते इउं हो सकता है कि सामने बैठी सूरत नूं परम प्रसन्नता नाल कहंदे हन, हे प्यारे, 9 जामे धार के और अनेक कष्ट सहार के जो उपकार तैं दुखी सृष्टि पर कीता है मेरी प्रसन्नता का कारण बनया होया है। तैं मेरा सिमरन दृढ़ाया और आपा निवारी रखिया, मैं आश्चर्य सेवा प्रवान की है। यह संकल्प ऐसी अद्भुत खुशी का असर पैदा करने वाला सी कि मानो सारी सभा खुशी और उपमा नाल अखां विच जल भर के खुशी प्रतीत कर रही है। इंज लगता है जिवें आनंद के समुद्र विच लहरा रहे हैं। ये अवस्था और उपमा नाल जल नाल होए भरे समुद्र विच होर जल जितना पैंदा है ना, पर उछलदा नहीं है, इस तरह की बख्शिश पै रही है। पर उस निमरता की निधि सन्मुख सजी हुई मूर्त विचों एक सुरीली गूंज उठी, ना देव दानव नरा, ना सिद्ध साधका धरा, असित एक दिगर कोई, एक तुई, एक तुई। ना दादे देहंद आदमी, ना सप्त जेर जिमे, असित एक दिगर कोई, एक तुई, एक तुई। ना सूर सस मंडलो, ना सप्त दीप नह जलो, अन्न पौन थिर ना कोई, एक तुई, एक तुई। ना रिजक दस्त आकसे, हमारा एक आस वसे, अस्त एक दिगर कोई, एक तुई, एक तुई। प्रंदे ना ग्रहा जर, दरख्त आब आस कर, देहंत सोई, एक तू ही, एक तू ही। नानक लिलार लिखिया सोए, मेट न साकै कोई, कला धरै हिरै सोई, एक तू ही, एक तू ही। इस आश्चर्य उस्तति दी शब्द की समाप्ति पर तख्त उत्ते विराजमान प्रेम मूर्ति जी दे मनमोहन चेहरे तो वेखण वालियां ने एक अत सुंदर तात्पर्य समझिया, जिसनों साडी समझ गोचरा करने लई श्री मुखवाक ने पिछों इस प्रकार वर्णन किया सी। जब पहले हम सृष्ट बनाई, दैत रचे दुष्ट दुखदाई, ते भुज बल भवरे हैवै गए, पूजत परम पुरख रह गए, ते हम तमक तनक मोह खापे, तिनकी ठौर देवता थापे, ते भी बल पूजा उर्जाए, आपन ही परमेश्वर कहाए। महादेव अच्युत कहवायो, विष्णु आप ही को ठहरायो, ब्रह्मा आप पार ब्रह्म खाना, प्रभु को प्रभु न किन्हू जाना। तब साखी प्रभ अष्ट बनाए, साख नमित दैबे ठहराए, ते कहें करो हमारी पूजा, हम बिन अवर न ठाकर दूजा। परम तत्व को जिन न पछाना, तिन कर ईसर तिन कहो माना। केते सूर चंद कहो मानै, अग्न होत्र कई पौन प्रमानै, किन्हू प्रभ पाहन पहचाना, नवात किते जल करत बेधाना, केतक कर्म करत डरपाना, धर्मराज को धर्म पछाना। जे प्रभ साख नमित ठहराए, ते हिया आए प्रभु कहवाए, ताकि बात बिसर जाती भी, अपनी अपनी परत सो भी। जब प्रभ को ना तिने पहचाना, तब हर इन मन शन ठहराना। ते भी बस ममता हो गए, परमेश्वर पाहन ठहराए। तब हर सिद्ध साध ठहराए, तिन भी परम पुरख नहीं पाए। जे कोई होत भयो जग स्याना, तिन तिन अपनो पंथ चलाना। परम पुरख किन्हू नहीं पा पायो,
बैर बाध हंकार बढ़ायो, पेड़ पात आपन ते जलै, प्रभ कै पंथ न को चलै। जिन जिन तनक सिद्ध को पायो, तिन तिन अपना राह चलायो। परमेश्वर ना किन्हू पहचाना, मम उचार ते भयो दीवाना। परम तत् किन्हू ना पहचाना, आप आप भीतर उरजाना। तब जे जे रिखी राज बनाए, तिन आपन पुन सिमरत चलाए। जे सिमरतन के पै अनुरागी, तिन तिन क्रिया ब्रह्म की त्यागी। जिन मन हर चरणन ठहरायो, सो सिमरतन की राह न आयो। ब्रह्म चार ही वेद बनाए, सर्वलोक तह कर्म चलाए। जिनकी लिव हर चरणन लागी, ते वेदन ते पै त्यागी। जिन मत वेद कतेबन त्यागी, पार ब्रह्म के पै अनुरागी। तिनके गूढ़ मत जे चलही, भांत अनेक दुखन सो दलही। जे जे सहत जात संदेह, प्रभ को संग न छोड़त नेह। ते परमपुरी कह जाही, तिन हर्ष्यो अंतर कश नाही। जे जे जी जात ते डरे, परम पुरख तज तिन मग परे। ते नरक कुंड में परही, बार बार जग मो बप तरी। तब हर बहोर दत्त उपजायो, तिन भी अपना पंथ चलायो। कर्मो नख सिर जटा सवारी, प्रभ की क्रिया न कछु विचारी। पुन हर गोरख को उपजा उपराजा, सिख करे तिन्हू बड़ राजा। सरवन फार मुंदरा दोए डारी, हर की प्रीत रीत न विचारी। पुन हर रामानंद को करा, भेस वैरागी को जिन तरा। कंठी कंठ काठ की डारी, प्रभ की क्रिया न कछु विचारी। जे प्रभ परम पुरख उपजाए, तिन तिन अपने राह चलाए। महादीन तब प्रभ उपराजा, अरब देश को कीनो राजा। तिन भी एक पंथ उपराजा, लिंग बिना कीने सब राजा। सबते अपना नाम जपायो, सतनाम काहू ना दृढ़ायो। सब अपनी अपनी उरजाना, पार ब्रह्म काहू ना पछाना। ये आज्ञा सुन के सच्चे प्रेम ने अत कोमल निमरता दे भंडार ते भगती दे स्वरूप वाले दे हिरदे वाले सच्चे प्रेम दे जोश ने इस उस्तत दे भाव दा एक दिव्य राग उचरवाया। नमो नाथ पूरे सदा सिद्ध कर्मं, अशेदी अभेदी सदा एक धर्मं। कलंकं बिना निष्कलंकी स्वरूपे, अशेदं अभेदं अखेदं अनूपे। नमो लोक लोकी स्वरं लोकनाथे, सदैवं सदा सर्वसाथं अनाथे। नमो एक रूपे अनेकं स्वरूपे, सदा सर्वसाहं सदा सर्वपूपे। अशेदं अभेदं अनामं अठामं, सदा सर्वदा सिद्धदा बुद्धदा धामं। अजंत्रं अमंत्रं अकंत्रं अभर्मं, अखेदं अभेदं अशेदं अकर्मं। अगाद्य आबाद्य अगंत्य अनंत्य, अलेखं अपेखं अभूतं अगंतं। न रंगं न रूपं न जातं न पातं, न सत्रो न मित्रो न पुत्रो न मातं। अभूतं अभंगं अपेखं अवानं, प्रियं पुनयितं पितरं प्रधानं। अगंजे अभंजे अकामं अकर्मं, अनंते बेअंते अपुमे अभर्मं। बहुत आश्चर्यदा वातावरण बने, लिवला के सारे सुन रहे। वार्तालाप इंज हो रही है जिवें कोई बोल भी नहीं रहा, पर बोल सारे पसरे हुए, शब्द सर्वव्यापक है। फिर थोड़े चिर मगरों उस तेजमय तख्त उत्ते उस अद्वितीय तेज पुंज
ਕਾਰਨਾਂ ਦੇ ਕਾਰਨ, ਪਰਮ ਸਰੂਪ ਭਗਤ ਵਸ਼ਲ ਦੇਵ ਪਰਮ ਪਾਵਨ ਆਪਣੇ ਮੁਖਾਰ ਬਿੰਦ ਤੋਂ ਇੱਕ ਪਵਿੱਤਰ ਭਾਵ ਆਪਣੇ ਸਨਮੁਖ ਬੈਠੇ ਪਿਆਰੇ ਅਨੰਦ ਭਗਤ ਦੇ ਪ੍ਰੇਮ ਨਾਲ ਪੂਰਤ ਹਿਰਦੇ ਨੂੰ ਹੋਰ ਬੇਅੰਤ ਪ੍ਰੇਮ ਨਾਲ ਪਰਿਪੂਰਤ ਕਰਨੇ ਲਈ ਪਿਆਰ ਵਿੱਚ ਸਨਿਗਧ ਹੋਇਆ ਇੰਜ ਪ੍ਰਗਟਿਆ, ਜਿਸ ਨੂੰ ਭਗਤ ਜੀ ਨੇ ਇਉਂ ਉਚਾਰਨ ਕੀਤਾ ਹੈ, ਦਾਸ ਅਨੰਦ ਮੇਰੋ ਨਿਜ ਰੂਪ, ਦਰਸ਼ਨ ਨਿਮਖ ਤਾਪ ਤ੍ਰੈ ਪੋ ਮੋਚਨ, ਪਰਸਤ ਮੁਕਤ ਕਰਤ ਗ੍ਰਹਿ ਕੂਪ। ਰਹਾ ਮੇਰੀ ਬਾਂਦੀ ਭਗਤ ਛਡਾਵੈ, ਬਾਂਧੈ ਭਗਤ ਨ ਛੂਟੈ ਮੋਹੇ, ਏਕ ਸਮੈ ਮੋਹ ਕੋ ਗਹਿ ਬਾਂਧੈ, ਤੋ ਫੁਨ ਮੋਹ ਪੈ ਜਵਾਬ ਨਾ ਹੋਏ। ਮੈਂ ਗੁਣਬੰਦ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ, ਨਾਮ ਦੇਵ ਜਾਂ ਕੇ ਜੀ ਐਸੀ, ਤੈਸੋ ਜਾਂ ਕੈ ਪ੍ਰੇਮ ਪ੍ਰਗਾਸ। ਸਾਰੀ ਸਭਾ ਦੇ ਪਵਿੱਤਰ ਸਿਰ ਖੁਦ ਬਖੁਦ ਲਿਆਉਗੇ, ਔਰ ਸਭ ਨੇ ਵੱਡੇ ਅਦਬ ਨਾਲ ਨਮਸਕਾਰ ਕੀਤੇ। ਕੁਝ ਪਲਾਂ ਮਗਰੋਂ ਉਹ ਪਿਆਰਾ ਭਗਤ ਜੋ ਭਗਤੀ ਦੇ ਤਾਰਾ ਮੰਡਲ ਵਿੱਚ ਚੰਦ ਵਾਂਗੂ ਸ਼ਬਦੇ ਰਿਹਾ ਸੀ, ਤਖਤ ਪਰ ਬੈਠੇ ਸੂਰਜਵਤ ਚਮਕਦੇ ਪ੍ਰਤਪਾਲਕ ਦੇ ਸਾਹਮਣੇ ਇਸ ਤਰ੍ਹਾਂ ਖੜਾ ਦਿਸਿਆ ਜਿਕਰ ਸਾਡੇ ਸੰਸਾਰੀ ਜੀਵਾਂ ਵਿੱਚ ਕੋਈ ਆਗਿਆਕਾਰੀ ਪੁੱਤਰ ਪਿਆਰੇ ਪਿਤਾ ਦੇ ਸਾਹਮਣੇ ਹੱਥ ਜੋੜ ਕੇ ਤੇ ਸਿਰ ਝੁਕਾ ਕੇ ਪਿਤਾ ਦੀ ਥਾਪੀ ਲੈਣ ਲਈ ਖੜੋ ਜਾਂਦਾ ਹੈ। ਇਸ ਪ੍ਰਕਾਰ ਦੀ ਦਸ਼ਾ ਉਸ ਸ਼੍ਰੋਮਣੀ ਮਹਾਨ ਆਤਮਾ ਨੇ ਨੇਤਰ ਖੋਲ ਕੇ ਦੇਖੀ ਤੇ ਪ੍ਰੇਮਮਈ ਨਿਮਰਤਾ ਨਾਲ ਇਸ ਭਾਵ ਦੀ ਪਵਿੱਤਰ ਬੇਨਤੀ ਉਚਾਰਨ ਕੀਤੀ ਹੈ, ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹ ਨਿਰਗੁਣ ਕੀ ਦਾਤਾ ਰੇ, ਬੈ ਖਰੀਦ ਕਿਆ ਕਰੇ ਚਤੁਰਾਈ, ਇਹ ਜੀਉ ਪਿੰਡ ਸਭ ਥਾਰੇ, ਲਾਲ ਰੰਗੀਲੇ ਪ੍ਰੀਤਮ ਮਨ ਮੋਹਨ, ਤੇਰੇ ਦਰਸ਼ਨ ਕੋ ਹਮ ਬਾਰੇ। ਰਹਾ ਪ੍ਰਭ ਦਾਤਾ ਮੋਹਿ ਦੀਨ ਭਿਖਾਰੀ, ਤੁਮ ਸਦਾ ਸਦਾ ਉਪਕਾਰੇ, ਸੋ ਕਿਛ ਨਾਹੀ ਜੇ ਮੈਂ ਤੇ ਹੋਵੈ, ਮੇਰੇ ਠਾਕਰ ਅਗਮ ਅਪਾਰੇ। ਕਿਆ ਸੇਵਕ ਮਾਵਾਂ, ਕਿਆ ਕਹਿ ਰਿਝਾਵਾਂ, ਬਿਦ ਕਿਤ ਪਾਉ ਦਰਸਾਰੇ, ਮਿਤ ਨਹੀਂ ਪਾਈਐ ਅੰਤ ਨਾ ਲਹੀਐ, ਮਨ ਤਰਸੈ ਚਰਨਾ ਰੇ, ਪਾਵੋ ਦਾਨ ਢੀਠ ਹੋਏ ਮੰਗੋ, ਮੁਖ ਲਾਗੈ ਸੰਤ ਰੇਣਾ ਰੇ, ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ। ਇਸ ਬੇਨਤੀ ਨੂੰ ਸ਼੍ਰੀਮਾਨ ਤੇਜ ਸਰੂਪ ਜੀ ਨੇ ਸਮਾਪਤ ਹੋਣ ਤੋਂ ਪਹਿਲੇ ਆਪਣੇ ਉਸ ਪਵਿੱਤਰ ਸ਼ਬਦ ਨਾਲ ਜਿਸ ਤੋਂ ਸੰਸਾਰ ਰਚਿਆ ਸੀ ਇਹ ਵਰ ਬਖਸ਼ ਦਿੱਤਾ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੈ ਕੋ ਸਾਜਾ, ਜਾਹੇ ਤਹਾਂ ਤੈ ਧਰਮ ਚਲਾਏ, ਕੋ ਬੁੱਧ ਕਰਨ ਤੇ ਲੋਕ ਹਟਾਏ। ਇਹ ਨਿਯਮ, ਇਹ ਵਰ, ਇਹ ਵਡਿਆਈ, ਇਹ ਅਕਾਲ ਪੁਰਖ ਪ੍ਰਭੂ ਦੀ ਅਦੁੱਤੀ ਕਿਰਪਾਲਤਾ ਕੁਝ ਐਸੀ ਅਕਹਿ ਅਤੇ ਅਸਚਰਜਤਾ ਦੇ ਅਸਰ ਨਾਲ ਭਰੀ ਹੋਈ ਸੀ ਕਿ ਜਿਸ ਦਾ ਸਮਝਣਾ ਜੀਵ ਮਾਤਰ ਲਈ ਬਹੁਤ ਕਠਿਨ ਹੈ। ਉਸ ਤੇਜਸਵੀ ਤਖਤਪੁਰ ਬਿਰਾਜਮਾਨ ਤੇਜ ਦੇ ਪ੍ਰਤਾਪ ਦਾ ਪੁੰਜ, ਪਿਤਾ ਨਾਲੋਂ ਵਧੇਕ ਕਿਰਪਾਲ ਸਰੂਪ ਦਾ ਪ੍ਰਕਾਸ਼ ਪ੍ਰੇਮ ਦੀ ਲਹਿਰ ਨਾਲ ਝੂਮ ਝੁਮਾਉਂਦਾ ਆਪਣੇ ਸਾਹਮਣੇ ਬੈਠੇ ਤੇ ਨਿਵਾਜੇ ਹੋਏ ਪਿਆਰੇ ਭਗਤਪੁਰ ਐਕਰਾਂ ਪਸਰਿਆ ਕਿ ਦੋਹਾਂ ਦਾ ਰੂਪ ਏਕਤਾ ਦੇ ਰੰਗ ਵਿੱਚ ਰੰਗਿਆ ਗਿਆ। ਨਜ਼ਰ ਕੀ ਡਾਢੀ ਡੂੰਗੀ ਸਾਹ ਵੱਟ ਕੇ ਲਾਈ ਹੋਈ ਨੀਜ ਵੀ ਫਰਕ ਕਰਨੋਂ ਆਤਰ ਹੋ ਗਈ, ਮਾਨੋ ਦਵੈ ਤੇ ਏਕ ਰੂਪ ਹੋ ਗਿਆ। ਇਸ ਮੇਲ ਦਾ ਰੂਪ ਸਮਝਣਾ ਤਾਂ ਕਠਿਨ ਹੈ, ਪਰ ਆਨੰਦ ਦੀ ਸਮਝ ਲਈ ਅੱਗੇ ਲਿਖੇ ਸ਼ਬਦ ਦਾ ਭਾਵ ਸਹਾਇਤਾ ਕਰਦਾ ਜ਼ਰੂਰ ਹੈ। ਜਲ ਦੁੱਧ ਨਿਆਈ ਰੀਤ, ਅਬ ਦੁੱਧ ਆਂਚ ਨਹੀਂ, ਮਨ ਐਸੀ ਪ੍ਰੀਤ ਹਰੇ, ਅਬ ਉਰਜੂ ਅਲ ਕਮਲੈ ਬਾਸਨ ਮਾਹੇ ਮਗਨ,
इक खिन भी नाहे टरे। पुनः निस कुरंक जैसे नाद सुन सरवणी हियो डिवै। मन ऐसी प्रीत कीजै जैसी तृण पतार उर्जी प्रह सिवै। ए मन लालै दीजै भोग करीजै। हब खुशियां रंग माणे फिर अपना पाया रंग लाल बनाया। अत मिलियो मित्र चराणे। इस आश्चर्य प्राप्ति ਜਾਂ ਮੇਲ अथवा आत्म रस ਜਾਂ ब्रह्मानंद ਦੀ ਅਦਭੁਤ ਦਸ਼ਾ ਵਿੱਚ ਜੋ ਮਾਈ ਰੀ ਪੇਖ ਰਹੀ ਬਿਸਮਾਦ। ਅਨਹਦ ਧੁਨੀ ਮੇਰਾ ਮਨ ਮੋਹਿਓ ਅਚਰਜ ਤਾਂ ਕੇ ਸਵਾਦ। ਐਸੇ ਭਾਵ ਨੂੰ ਦੱਸਦੀ ਹੈ। ਉਸ ਅਨੰਨ ਅਦੁੱਤੀ ਕਿਰਪਾ ਪਾਤਰ ਦੇ ਪਵਿੱਤਰ ਤੇ ਦੈਵੀ ਮੁਖਾਰ ਬਿੰਦ ਨੇ ਫਿਰ ਵੀ ਬੇਨਤੀ ਹੀ ਕੀਤੀ, ਜਿਸ ਤੋਂ ਕਿ ਇਸ ਮੇਲ ਦੇ ਸਿੱਟੇ ਦਾ ਕੁਝ ਪਤਾ ਲੱਗਾ ਕਿ ਏਕਤਾ ਤਾਂ ਸੀ, ਪਰ ਕੁਝ ਡਾਢੀ ਅਚਰਜ ਜਿਹੀ ਸੀ। ਉਹ ਬੇਨਤੀ ਜੋ ਮਹਾਂਪੁਰਖ ਨੇ ਕੀਤੀ ਇੰਜ ਸੀ, ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਹੁਣ ਫਿਰ ਇੱਕ ਵਾਰੀ ਉਸ ਜਗਤਾ ਤਾਰ ਪ੍ਰੇਮ ਪੁੰਜ ਦੀ ਜੋਤੀ ਵਿੱਚੋਂ ਇੱਕ ਹੋਰ ਵਰਦਾਨ ਦਾ ਭਾਵ ਪ੍ਰਗਟਿਆ, ਜੋ ਇਸ ਤਰ੍ਹਾਂ ਸਫੁੱਟ ਹੈ। ਗਾਸ਼ੋ ਪੁੱਤਰੀ ਰਾਜ ਕੁਮਾਰ ਨਾਮ ਭਣੋ ਸੱਚ ਦੋਤ ਸਵਾਰ। ਫਿਰ ਸਰਬ ਸੀਲ ਮਮੰ ਸੀਲ ਸਰਬ ਪਵਨ ਮਮ ਪਵਨ ਸਰਬ ਕਰਤਮ ਮਮੰ ਕਰਤਾ ਨਾਨਕ ਲੇਪ ਸ਼ੇਪ ਨਾ ਲਿਪਿਆ। ਤੇ ਜਾਦੇ ਵਰ ਪ੍ਰਾਪਤ ਹੋਇਆ ਤਦ ਸਾਰੀ ਸੰਤ ਮੰਡਲੀ ਨੇ ਹੱਥ ਜੋੜ ਕੇ ਪ੍ਰਾਰਥਨਾ ਸੰਯੁਕਤ ਇਸ ਭਾਵ ਦੀ ਆਸ਼ੀਰਵਾਦ ਮਾਨੋ ਗਾਇਨ ਕੀਤੀ। ਮਨ ਕਰਹਲਾ ਮੇਰੇ ਸਾਜਨਾ ਹਰ ਖਰਚ ਲਿਆ ਪਤ ਪਾਏ। ਹਰ ਦਰਗੇ ਪਹਿਨਾਇਆ ਹਰ ਆਪ ਲਿਆ ਗਲ ਲਾਏ। ਸਤਿਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ। ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ। ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾ। ਸੱਚ ਤੇਰੀ ਸਾਮਗਰੀ ਸੱਚ ਤੇਰਾ ਦਰਬਾਰਾ। ਸੱਚ ਤੇਰੇ ਖਜ਼ਾਨਿਆਂ ਸੱਚ ਤੇਰਾ ਪਾਸਾਰਾ। ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ। ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਕਹੋ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨਾਂ ਕਉ ਬਲਿਹਾਰਾ। ਹੁਣ ਉਹ ਵੇਲਾ ਆਇਆ ਜਿਸ ਨੂੰ ਸੰਸਾਰੀ ਵਿਛੋੜਾ ਆਖਦੇ ਨੇ, ਪਰ ਸੰਸਾਰੀਆਂ ਦੇ ਵਿਛੋੜੇ ਵਿੱਚ ਤਾਂ ਮੇਲ ਦਾ ਨਾਂ ਨਹੀਂ ਨਾ ਹੁੰਦਾ, ਪਰ ਇਹ ਵਿਛੋੜਾ ਕੁਝ ਹੋਰ ਢੰਗ ਦਾ, ਦੈਵੀ ਢੰਗ ਦਾ। ਇਸ ਵਿਛੋੜੇ ਦੇ ਹੋ ਗਿਆਂ ਵੀ ਮੇਲ ਵਿੱਚ ਫਰਕ ਨਹੀਂ ਰਹਿੰਦਾ। ਸੁਰਤ ਦੂਰ ਨਹੀਂ ਹੁੰਦੀ, ਸਰੀਰ ਦੂਰ ਹੁੰਦਾ। ਕੀ ਫਰਕ ਪੈਂਦਾ? ਪ੍ਰਕਿਰਤੀ ਦੇ ਬਣੇ ਹੋਏ ਸਰੀਰ ਦਾ ਮਾਨੋ ਇੱਕ ਗਿਲਾਫ ਜਿਹਾ ਉਸ ਅਭੌਤਿਕ ਰੂਪ ਦੇ ਉੱਤੇ ਚੜ ਜਾਂਦਾ ਹੈ, ਪਰ ਉਹ ਮੇਲ ਵਿੱਚ ਫਰਕ ਨਹੀਂ ਪਾਉਂਦਾ। ਜ਼ਿਕਰ ਕਿਸੇ ਜਗਦੇ ਦੀਵੇ ਦੇ ਉਦਾਲੇ ਸ਼ੀਸ਼ੇ ਦਾ ਗਿਲਾਫ ਰੱਖ ਦਈਏ ਨਾ, ਜਿਹੜਾ ਉਹਦੇ ਚਾਨਣੇ ਨੂੰ ਕਿਸੇ ਪ੍ਰਕਾਰ ਰੋਕਦਾ ਨਹੀਂ, ਪਰ ਹਾਂ ਇੱਕ ਪਰਦਾ ਜਿਹਾ ਜ਼ਰੂਰ ਲਾਟ ਦੇ ਦੁਆਲੇ ਹੋ ਜਾਂਦਾ ਹੈ। ਭਾਵੇਂ ਇਹ ਪਰਦਾ ਸਾਰੀ ਸ੍ਰਿਸ਼ਟੀ ਦੇ ਆਲੇ ਦੁਆਲੇ ਹੋਵੇ ਜਾਂ ਰੋਸ਼ਨੀ ਦੇ ਆਲੇ ਦੁਆਲੇ ਹੋਵੇ, ਪਰ ਰੋਸ਼ਨੀ ਔਰ ਸੰਸਾਰ ਦੇ ਦਰਮਿਆਨ ਵਿੱਚ ਉਹ ਪਰਦਾ ਹੁੰਦਿਆਂ ਵੀ ਪਰਦਾ ਨਹੀਂ ਹੁੰਦਾ। ਇਹ ਸਾਡੀ ਸਮਝ ਵਿੱਚ ਤਾਂ ਨਾਮ ਮਾਤਰ ਹੀ ਹੈ, ਬਿਆਨ ਨਹੀਂ ਹੋ ਸਕਦਾ। ਪਰ ਜਿਨ੍ਹਾਂ ਪ੍ਰੇਮੀਆਂ ਨੂੰ ਇਸ ਵਿਛੋੜੇ ਦਾ ਸੱਲ ਸਹਿਣਾ ਪੈਂਦਾ ਹੈ ਨਾ, ਉਹੀ ਇਸ ਦੀ ਪੀੜਾ ਨੂੰ ਠੀਕ ਸਮਝਦੇ ਹਨ। ਵਿਛੋੜਾ ਤੇ ਵਿਛੋੜਾ ਹੈ, ਪੀੜਾ ਤੇ ਪੀੜਾ ਹੈ। ਇੱਕ ਸਨਮੁਖ ਦਰਸ਼ਨ ਹੈ, ਇੱਕ ਅਨੁਭਵ ਦਰਸ਼ਨ ਹੈ। ਥੋੜੇ ਜਿਹੇ ਵੀ ਕਿਤੇ ਬਿਰਤੀ ਟੁੱਟ ਜਾਵੇ, ਅਨੁਭਵ ਦਰਸ਼ਨ ਦੇ ਦਰਮਿਆਨ ਵਿੱਚ ਕੋਈ ਕੰਧ ਖੜੀ ਹੋ ਜਾਂਦੀ ਹੈ। ਸਨਮੁਖ ਦਰਸ਼ਨ ਦੇ ਵਿੱਚ ਹਉਮੈ ਆ ਜਾਏ, ਮੈਂ ਆ ਜਾਏ, ਤਾਂ ਵੀ ਦੀਵਾਰ ਖੜੀ ਹੋ ਜਾਂਦੀ ਹੈ। ਇਸ ਲਈ
ਆਸ਼ਚਰਜ ਦੀ ਗੱਲ ਹੈ ਕਿ ਨਾ ਤਾਂ ਮੇਲ ਵਿੱਚ ਫਰਕ ਆਉਂਦਾ ਹੈ ਤੇ ਨਾ ਸਰੂਪ ਭੁੱਲਦਾ ਹੈ, ਨਾ ਪਿਆਰ ਘਟਦਾ ਹੈ, ਨਾ ਵਿੱਥ ਪੈਣੀ, ਨਾ ਵਿਛੋੜਾ ਪੈਣਾ। ਕਦੋਂ? ਜਦੋਂ ਸਨਮੁਖ ਤੇ ਅਨੁਭਵ ਦਰਸ਼ਨ ਇੱਕਮਿਕ ਹੋ ਜਾਣ। ਪਰ ਇਸ ਦੀ ਯਥਾਰਥ ਸਮਝ ਉਚੇਰੀ ਹੈ। ਇਸ ਬਿਰਹ ਦੀ ਪੀੜਾ ਨੂੰ ਉਸੇ ਸੱਚੇ ਪ੍ਰੇਮ ਪੁਤਲੇ ਮਹਾਂਪੁਰਖ ਨੇ ਆਪ ਹੀ ਇਸ ਪ੍ਰਕਾਰ ਵਰਣਨ ਕੀਤਾ ਹੈ। ਤਿਨ ਪ੍ਰਭ ਜਬ ਆਏ ਸਮੋਹ ਦਿਆ, ਤਬ ਹਮ ਜਨਮ ਕਲੂ ਮੈਂ ਲਿਆ। ਚੇਤਨਾ ਭਇਓ ਹਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਜਿਉ ਤਿਉ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕੇ ਇਹ ਲੋਕ ਪਠਾਇਓ। ਗੱਲ ਕੀ, ਪਿਆਰੇ ਪਿਤਾ ਦੇ ਨਿਵਾਜੇ ਹੋਏ, ਹਉਮੈ ਦਾ ਪੂਰਨ ਅਭਾਵ ਕਰ ਚੁੱਕੇ ਹੋਏ, ਪਰ ਉਪਕਾਰ ਦੇ ਅਵਤਾਰ ਸ੍ਰੀ ਦਿਵ ਸਰੂਪ ਮਹਾਤਮਾ ਆਗਿਆ ਅਨੁਸਾਰ ਆਨੰਦ ਰੂਪੀ ਮਹਿਲ ਵਿੱਚੋਂ ਨਗਰੀ ਵਿੱਚ ਆਏ। ਸਾਰੀ ਸੰਤ ਮੰਡਲੀ ਅਦਬ ਵਾਸਤੇ ਨਾਲ ਆਈ। ਕੀ ਦੇਖਦੇ ਆ ਕਿ ਇੱਕ ਅਤ ਮਨੋਹਰ ਪੁਸ਼ਪ ਵਿਮਾਨ ਪਿਆ ਹੈ, ਜਿਸ ਦਾ ਨਾਮ ਹੈ ਹੁਕਮ। ਇਸੇ ਨਾਮ ਨਾਲ ਸਾਦੇ ਨੇ। ਇਸ ਵਿੱਚ ਇਹ ਸ਼ਕਤੀ ਹੈ ਕਿ ਆਤਮਿਕ ਸਰੀਰਾਂ ਨੂੰ ਵਿੱਚ ਬਿਠਾ ਕੇ ਬਿਨਾਂ ਕੁਝ ਵਕਤ ਖਰਚ ਕੀਤੇ ਫੁਰਨੇ ਵਿੱਚ ਹੀ ਸਫੁਰਨ ਹੋਈ ਜਗ੍ਹਾ ਤੇ ਪਹੁੰਚਾ ਦਿੰਦਾ ਹੈ। ਇਸ ਦੀ ਰਚਨਾ ਵੀ ਅਪਾਤਕ ਹੈ। ਇਸ ਦੇ ਚੁੱਕਣ ਵਾਲੇ 4 ਦੇਵਤੇ ਪ੍ਰਕਾਸ਼ ਰੂਪ ਨੇ। ਕਿਹੜੇ ਕਿਹੜੇ ਨੇ? ਇੱਕ ਤਾਂ ਹੈ ਸਬਰ, ਦੂਸਰਾ ਹੈ ਸ਼ੁਕਰ, ਸ਼ੁਕਰਾਨਾ ਕਰਨਾ, ਤੀਸਰਾ ਹੈ ਭਾਣਾ, ਤੇ ਚੌਥਾ ਹੈ ਰਜਾ ਵਿੱਚ ਰਹਿ ਕੇ ਉਹਦੇ ਹੁਕਮ ਦੀ ਪਾਲਣਾ ਕਰਨਾ, ਉਹਦੇ ਹੁਕਮ ਵਿੱਚ ਰਹਿਣਾ। ਹਾਂ, ਜਦ ਉਹ ਦੇਵੀ ਮਹਾਤਮਾ ਜੋ ਪਿਤਾ ਦਾ ਹੁਕਮ ਪਾ ਕੇ ਜਗਤ ਦੇ ਦੁੱਖ ਦੂਰ ਕਰਨ ਮਿਤ ਐਸੇ ਸੁਖ ਅਸਥਾਨ ਤੋਂ ਦੁੱਖਾਂ ਸੁੱਖਾਂ ਦੇ ਭਾਗੀ ਹੋਣ ਲਈ ਉਸ ਪੁਸ਼ਪ ਵਿਮਾਨ ਵਿੱਚ ਬਿਰਾਜਿਆ, ਤਦ ਸਾਰੇ ਮਹਾਤਮਾ ਨੇ ਜੋ ਸੰਸਾਰ ਦੇ ਆਰੰਭ ਤੋਂ ਅੱਜ ਤੀਕ ਹੋਏ ਸਨ, ਔਰ ਸਾਰੇ ਸੰਤਾਂ ਸਾਧਾਂ ਫਕੀਰਾਂ ਨੇ ਜੋ ਉਸ ਅਭੌਤਿਕ ਔਰ ਨਿਰਾਕਾਰ ਸ਼ਹਿਰ ਦੇ ਵਾਸੀ ਸਨ, ਬੜੇ ਪ੍ਰੇਮ ਨਾਲ ਸਿਰ ਨਵਾਇਆ। ਫਿਰ ਬੜੇ ਅਦਬ ਤੇ ਸ਼ਰਧਾ ਨਾਲ ਵਾਹਿਗੁਰੂ ਦੇ ਪ੍ਰੇਮ ਵਿੱਚ ਭਰੇ ਇਸ ਤਰ੍ਹਾਂ ਆਪ ਮੁਹਾਰੇ ਗਾਇਆ। ਭਜਸਤੰ ਰਹਾ ਆਗਾਦ ਬਿਆਦ ਨਾਸਨੰ, ਪ੍ਰੀ ਪਰਮ ਉਪਾਸਨੰ, ਤ੍ਰਿਕਾਲ ਲੋਕਮਾਨ ਹੈ, ਸदैव ਪੁਰਖ ਪ੍ਰਧਾਨ ਹੈ। ਤਤਸਤੰ ਰਹਾ ਕਿਰਪਾਲ ਦਿਆਲ ਕਰਮ ਹੈ, ਅਗੰਜ ਭੰਜ ਪਰਮ ਹੈ, ਤਰਲੋਕ ਲੋਕਪਾਲ ਹੈ, सदैव सर्वदयाल है। जपस्तुयं रहा महान मौनमान है, प्रेम परम प्रधान है, प्राम प्रीत शनानासनं, सदैव सर्वपासनं, प्रचंड अखंड मंडली उदंत रासथली, जिगंत जूत ज्वालका, जलंत दीप मालका। हुण पुष्प विमान हेठा ਨੂੰ ਤੁਰਿਆ। ਕਰੋੜਾਂ ਦੇਵਤੇ ਸੰਤ ਮਹਾਤਮਾ ਪੂਰਨ ਪੁਰਖ ਕਤਾਰਾਂ ਬੰਨੇ ਖੜੋਤੇ ਦੇਖਦੇ ਸਨ। ਸਭ ਦੇ ਹਿਰਦੇ ਸ਼ਰਧਾ ਤੇ ਅਦਬ ਨਾਲ ਭਰੇ ਹੋਏ ਸਨ। 4 ਚਫੇਰਿਓਂ ਨਮਸਕਾਰਾਂ ਹੋ ਰਹੀਆਂ ਸਨ ਔਰ ਜੈ ਜੈਕਾਰ ਦੇ ਸ਼ਬਦ ਤੇ ਪੁਸ਼ਪ ਦੀ ਵਰਸ਼ਾ ਹੋ ਰਹੀ ਸੀ। ਜੈ ਦੇਵ ਸ਼ਬਦ ਪੁਕਾਰ ਹੈ, ਸਭ ਫੂਲ ਫੂਲਨ ਡਾਰ ਹੈ। ਜਦ ਇਹ ਵਿਮਾਨ ਉਸ ਸ਼ਹਿਰ ਤੇ ਚੱਲਿਆ ਗਿਆ, ਤਦ ਦੇਵ ਸ੍ਰਿਸ਼ਟੀ ਦੇ ਲੋਕ ਆਪੋ ਵਿੱਚ ਗੱਲਾਂ ਕਰ ਰਹੇ ਸਨ ਕਿ ਅੱਜ ਕੈਸਾ ਅਸਚਰਜ ਸਮਾਂ ਬੱਝਾ। ਦੇਖੋ, ਦੁਨੀਆ ਵਿੱਚ ਜਾ ਕੇ ਕੋਈ ਮਹਾਤਮਾ ਅਹੰਤਾ ਆਦਿ ਗੱਲਾਂ ਤੋਂ ਬਚ ਕੇ ਨਹੀਂ ਆਇਆ। ਜੋ ਜੋ ਗਿਆ ਸੋ ਪ੍ਰਕਿਰਤੀ ਦੇ ਸਰੀਰ ਹੋਣ ਕਰਕੇ ਜਾਂ ਤਾਂ ਕਰਤਾਰ ਨੂੰ ਵਿਸਾਰ ਕੇ ਆਪਣਾ ਆਪ ਪੁਜਵਾਉਣ ਲੱਗ ਪਿਆ, ਜਾਂ ਰੱਬ ਦੇ ਨਾਮ ਨਾਲ ਆਪਣਾ ਆਪ ਭਜ ਪਾਇਆ, ਤੇ ਕਈਆਂ ਨੇ ਕੇਵਲ ਆਪ ਨੂੰ ਹੀ ਪੁਜਾਇਆ ਹੈ। ਪਰ ਇਹ ਸਰੂਪ ਅਤ ਹੀ ਪਵਿੱਤਰ ਤੇ ਦ੍ਰਿੜ ਵਿਸ਼ਵਾਸੀ ਨਿਕਲਿਆ ਹੈ ਕਿ ਜਿਸ ਨੇ ਸਾਈਂ ਨਾਲ ਅਭੇਦ ਹੁੰਦਿਆਂ ਹੋਇਆਂ 9 ਜਾਮੇ ਧਾਰ ਕੇ 200 ਵਰੇ ਸੰਸਾਰ ਦੇ ਤਿਲਕਾ ਦੇਣ ਵਾਲੇ ਮੈਦਾਨ ਵਿੱਚ
ਧਰਮ ਦੀ ਧਵਜਾ ਚਲਾਈ ਔਰ ਹਰ ਵੇਲੇ ਆਪਣਾ ਆਪ ਦਾ ਭਾਵ ਤੇ ਕਰਤਾਰ ਦੀ ਪੂਜਾ ਦੇ ਦ੍ਰਿੜਾਵਨ ਦਾ ਨਿਯਮ ਫੈਲਾਇਆ। ਜਿਤਨੀ ਸੋਭਾ ਕਰਤਾਰ ਦੇ ਹਜ਼ੂਰ ਇਹਨਾਂ ਨੂੰ ਹੋਵੇ ਥੋੜੀ ਹੈ। ਪੁੱਤਰ ਹੋਣ ਦੀ ਵਡਿਆਈ, ਜਿਸ ਦਾ ਤਾਤਪਰਯ ਐਸੀ ਸਮੀਪਤਾ ਹੈ ਕਿ ਜਿਸ ਵਿੱਚ ਵਿੱਥ ਨਾ ਹੋਵੇ, ਸਭ ਤੋਂ ਸ੍ਰੇਸ਼ਟ ਹੈ, ਜੋ ਇਹਨਾਂ ਦੇ ਸਵਰੂਪ ਵਿੱਚ ਘਟੀ ਹੈ। ਇਹ 10ਵਾਂ ਜਾਮਾ ਅਤ ਕਸ਼ਟਾਂ ਦੇ ਸਾਹਮਣੇ ਜਾ ਰਿਹਾ ਹੈ। ਸਭ ਪ੍ਰਕਾਰ ਦੇ ਸਰੀਰਕ ਔਖ ਇਸ ਜਾਮੇ ਦੇ ਸਾਹਮਣੇ ਬਲ ਧਾਰ ਕੇ ਆਉਣਗੇ ਔਰ ਕਰੜੇ ਹੋ ਕੇ ਅੜਨਗੇ, ਛੇਕੜ ਟੁੱਟ ਜਾਣਗੇ ਔਰ ਸੰਸਾਰ ਵਿੱਚ 9 ਜਾਮਿਆਂ ਵਿਖੇ ਹੋ ਕੇ ਤਿਆਰ ਕੀਤੇ ਹੋਏ ਬਗੀਚੇ ਦੀ ਰੱਖਿਆ ਕਰਕੇ ਉਸ ਨੂੰ ਅਟਲਤਾ ਦਾ ਦਾਨ ਬਖਸ਼ਦੇ ਹੋਏ ਅਡੋਲ ਰਹਿਣਗੇ। ਇਸ ਵੇਲੇ ਬਹੁਤ ਸਾਰੇ ਮਹਾਤਮਾ ਜੋ ਪਹਿਲੇ 9 ਜਾਮਿਆਂ ਦੇ ਨਾਲ ਸੰਸਾਰ ਵਿੱਚ ਵੇਲੇ ਸਵੇਲੇ ਜਾਂਦੇ ਤੇ ਸੇਵਾ ਕਰਦੇ ਰਹੇ ਸਨ, ਹੁਣ ਵੀ ਪੁਸ਼ਪ ਵਿਮਾਨ ਦੇ ਨਾਲ ਨਾਲ ਗਏ। ਕਈ ਅੱਗੇ ਜਾ ਚੁੱਕੇ ਸਨ ਔਰ ਕਈ ਪਿੱਛੋਂ ਵੀ ਗਏ, ਜਿਨ੍ਹਾਂ ਨੇ ਸੰਸਾਰ ਵਿੱਚ ਉਹਨਾਂ ਦੀ ਸੇਵਾ ਵਿਖੇ ਪਰਉਪਕਾਰ ਨਿਮਿਤ ਕਸ਼ਟ ਸਹਾਰਨੇ ਹਨ। ਇਹ ਪੁਸ਼ਪ ਵਿਮਾਨ ਮਾਤਲੋਕ ਵਿੱਚ ਪਹੁੰਚ ਕੇ ਹੇਮਕੁੰਡ ਪਰਬਤ ਤੇ ਸ਼ਬਦ ਸਿੰਘ ਵਾਲੇ ਟਿਕਾਣੇ ਤੇ ਗਿਆ। ਉੱਥੋਂ ਦੇ ਮਹਾਤਮਾ ਲੋਕ ਬੜੇ ਅਦਬ ਤੇ ਪਿਆਰ ਨਾਲ ਡੰਡੌਤ ਕਰਕੇ ਨਾਲ ਟੁਰ ਪਏ। ਫਿਰ ਪੁਸ਼ਪ ਵਿਮਾਨ ਹਿੰਦੁਸਤਾਨ ਦੇਸ਼ ਦੇ ਪਟਨੇ ਨਾਮੇ ਸ਼ਹਿਰ ਵਿੱਚ ਪਹੁੰਚਿਆ। ਇੱਥੇ ਇੱਕ ਸੁੰਦਰ ਮੰਦਰ ਵਿੱਚ ਸ੍ਰੀ ਮਾਤਾ ਗੁਜਰੀ ਜੀ ਨਾਮ ਕਰਕੇ ਇੱਕ ਮਹਾਨ ਪਵਿੱਤਰ ਸਾਈਂ ਵਿੱਚ ਜੁੜੇ ਮਨ ਵਾਲੀ ਮਾਤਾ ਜੀ ਬਿਰਾਜਮਾਨ ਸੇ। ਆਪ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਸਨ। ਸ੍ਰੀ ਗੁਰੂ ਸਾਹਿਬ ਜੀ ਦਾ ਅਸਾਮ ਦੇਸ਼ ਨੂੰ ਗਏ ਹੋਏ ਸਨ ਤੇ ਇਹਨਾਂ ਪਵਿੱਤਰ ਆਤਮਾ ਜੀ ਨੂੰ ਇਸ ਸ਼ਹਿਰ ਵਿੱਚ ਦੇਵੀ ਮਹਾਤਮਾ ਦੇ ਆਗਮਨ ਲਈ ਛੱਡ ਗਏ ਸਨ। ਜਦੋਂ ਇਹ ਪੁਸ਼ਪ ਵਿਮਾਨ ਇਸ ਮਹਿਲ ਪਹੁੰਚਾ, ਤਦੋਂ ਸੰਸਾਰ ਵਿੱਚ ਆਉਣ ਤੇ ਇਹਨਾਂ ਦੇ ਤੇਜ ਦਾ ਝਲਕਾ ਸਾਰੇ ਪਹੁੰਚ ਵਾਲੇ ਸੰਤ ਮਹਾਤਮਾ ਨੂੰ ਐਸਾ ਪਿਆ ਕਿ ਉਸ ਵੇਲੇ ਦੇਵੀ ਸ਼ਕਤੀਆਂ ਨਾਲ ਆਪਣੇ ਆਤਮਿਕ ਸਰੂਪਾਂ ਵਿੱਚ ਉੱਥੇ ਪਹੁੰਚੇ ਤੇ ਸਭ ਨੇ ਚਰਨਾਪੁਰ ਮੱਥਾ ਟੇਕ ਕੇ ਇਹ ਉਸਤਤੀ ਗਾਵੀ। ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੀ ਭਗਤੀ ਲਾਇਣ, ਹਰ ਸਿਉ ਲੈਣ ਮਿਲਾਏ। ਪ੍ਰਗਟੀ ਗੋਪਾਲ ਗੋਬਿੰਦ ਲਾਲ, ਕਵਨ ਰਸਨਾ ਗੁਣ ਪਣਾ। ਕਿਹੜੀ ਰਸਨਾ ਨਾਲ ਗੁਣ ਗਾਵਾਂ, ਕਿਹੜੀ ਸਿਫਤ ਕਰਾਂ। ਇਸ ਪ੍ਰਕਾਰ ਮਨੋਹਰ ਸੁਰ ਵਿੱਚ ਸ਼ਬਦ ਗਾਉ ਕੇ ਪ੍ਰਸ਼ਨ ਕਰਨ ਲੱਗੇ ਕਿ ਆਪ ਦੇ ਸੰਸਾਰ ਵਿੱਚ ਆਉਣ ਦਾ ਕਾਰਨ ਕੀ ਹੋਇਆ। ਆਪ ਦੇ ਤੇਜ ਨੂੰ ਧਰਤੀ ਝੱਲ ਨਹੀਂ ਸਕੀ। ਅਚੰਭਾ ਹੈ ਕਿ ਐਡਾ ਭਾਰੀ ਅਵਤਾਰ ਕਿਸ ਨਿਮਿਤ ਪ੍ਰਗਟਾਇਆ ਹੈ। ਦਾਸ ਚਰਨ ਧੂੜ ਪ੍ਰਾਪਤ ਕਰਨ ਲਈ ਹਾਜ਼ਰ ਹੋਏ ਹਨ। ਤਦ ਸ੍ਰੀ ਦੁਸ਼ਟ ਦਮਨ ਮਹਾਤਮਾ ਜੀ ਨੇ ਜੋ ਉੱਤਰ ਦਿੱਤਾ, ਉਹ ਇਉਂ ਆਪਣਾ ਅਰਥ ਭਾਵ ਦੱਸਦਾ ਹੈ। ਇਹ ਕਾਰਨ ਪ੍ਰਭ ਮੋਹੇ ਪਠਾਇਓ, ਤਬ ਮੈਂ ਜਗਤ ਜਨਮ ਧਰ ਆਇਓ। ਜਿਮ ਤਿਨ ਕਹੀ ਤਿਨੈ ਤਿਮ ਕਹਿਓ, ਔਰ ਕਿਸੂ ਤੇ ਬੈਰ ਨ ਗਹਿਓ। ਜੇ ਹਮ ਕੋ ਪਰਮੇਸ਼ਰ ਉਚਰ ਹੈ, ਤੇ ਸਭ ਨਰਕ ਕੁੰਡ ਮੈਂ ਪਰ ਹੈ। ਮੋਹ ਕੋ ਦਾਸ ਤਵਨ ਕਾ ਜਾਨੋ, या मैं भेद रंच पछानो। मैं हूं परम पुरख को दासा, देखण आयो जगत तमासा। जो प्रभ जगत कहा सो कहो, मृत लोक ते मौन नर गहो। इस तरह उस परम पूजे ने अपने आउण दा मनोरथ सबना दे सन्मुख प्रगट कर दिता। ये उत्तर सुन के सब ने नमस्कार कीती और कहा कि धन हो
ਧਨ ਹੋ, ਧਨ ਹੋ। ਡੰਡੌਤ ਕਰਕੇ ਸਭ ਆਪਣੇ ਆਤਮ ਸਰੂਪਾਂ ਵਿੱਚ ਮਾਨੋ ਵਿਦਾ ਹੋ ਗਏ। ਪਲ ਕੁ ਮਗਰੋਂ ਸਾਰੇ ਮੰਦਰ ਵਿੱਚ ਇਹ ਮੰਗਲ ਸਮਾਚਾਰ ਪ੍ਰਗਟ ਪਿਆ ਕਿ ਇੱਕ ਅਚਰਜ ਬਾਲਕ ਗੁਰੂ ਸਾਹਿਬਾਂ ਦੇ ਗ੍ਰਹਿ ਜਨਮਿਆ ਔਰ ਚੰਬੇ ਵਾਲੇ ਕੌਤਕ ਹੋਏ ਹਨ। ਪਹਿਲੇ ਤਾਂ ਐਸਾ ਪ੍ਰਕਾਸ਼ ਹੋਇਆ ਕਿ ਮਾਨੋ ਹਜ਼ਾਰਾਂ ਬਿਜਲੀਆਂ ਲਿਸ਼ਕੀਆਂ ਹਨ। ਫਿਰ ਸੁਰੀਲੀਆਂ ਤੇ ਦੈਵੀ ਸੁਰਾਂ ਵਿੱਚ ਸ਼ਬਦ ਸੁਣੇ ਔਰ ਜੈ ਜੈਕਾਰ ਸ਼ਬਦ ਸਾਰੇ ਬ੍ਰਹਿਮੰਡ ਵਿੱਚ ਗੂੰਜ ਗਿਆ। ਫਿਰ ਗੱਲਾਂ ਦੀ ਤੇ ਪ੍ਰਸੰਨਤਾ ਦੀ, ਹਾਸੇ ਦੀ ਆਵਾਜ਼ ਆਈ, ਪਰ ਸਮਝ ਕੁਝ ਨਹੀਂ ਪਿਆ। ਬਾਲਕ ਦਾ ਰੂਪ ਚੰਦ ਨੂੰ ਮਾਤ ਕਰਦਾ ਹੈ, ਰੋਇਆ ਤੱਕ ਨਹੀਂ, ਹਸੂ ਹਸੂ ਪਿਆ ਕਰਦਾ ਹੈ। ਮਾਤਾ ਜੀ ਵੀ ਬੜੇ ਪ੍ਰਸੰਨ ਹਨ, ਸਗੋਂ ਉਹਨਾਂ ਨੂੰ ਤੇ ਕਈ ਦਿਵ ਦਰਸ਼ਨ ਵੀ ਹੋਏ ਜਿਨ੍ਹਾਂ ਦਾ ਵੇਰਵਾ ਉਹ ਦੱਸ ਨਹੀਂ ਸਕਦੇ। ਇਸ ਪ੍ਰਕਾਰ ਦੇ ਮੰਗਲਾਚਾਰ ਦੀ ਖਬਰ ਸਾਰੇ ਧੁੰਮ ਗਈ। ਹੁਣ ਅਸਾਂ ਵੀ ਘਰ ਮੁੜਨ ਵੱਲ ਰੁਖ ਕੀਤਾ ਤਾਂ ਚਾਰ ਚਫੇਰੇ ਹਨੇਰਾ ਘੁੱਪ ਛਾਇਆ ਹੋਇਆ। ਹੱਥ ਨੂੰ ਹੱਥ ਨਜ਼ਰ ਨਹੀਂ ਆਉਂਦਾ, ਜੀ ਘਬਰਾ ਗਿਆ। ਇਸ ਘਬਰਾ ਵਿੱਚ ਗੁਰੂ ਅੱਗੇ ਬੇਨਤੀ ਕੀਤੀ, ਹੇ ਸ਼ਹਿਨਸ਼ਾਹ, ਹੇ ਪਾਤਸ਼ਾਹ, ਕਿਰਪਾ ਕਰਕੇ ਆਪ ਰਸਤਾ ਦੱਸੋ। ਇਹਨੇ ਵਿੱਚ ਇੱਕ ਚਾਨਣ ਦੀ ਧਾਰੀ ਜੀ ਦਿਸੀ। ਜਾਂ ਇਸ ਦੀ ਸੇਧ ਤੇ ਤੁਰੇ ਤਾਂ ਆਸਾਮ ਦੇਸ਼ ਵਿੱਚ ਪਹੁੰਚੇ, ਜਿੱਥੇ ਸਾਧ ਸੰਗਤ ਦਾ ਦੀਵਾਨ ਲੱਗਾ ਹੋਇਆ ਸੀ। ਆ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਸਮਾਧੀ ਲੀਨ ਹੋਏ ਪਏ ਸਨ। ਰਾਗੀ ਸਿੰਘ ਆਸਾ ਦੀ ਵਾਰ ਦਾ ਲਾ ਰਹੇ, ਕੀਰਤਨ ਕਰ ਰਹੇ ਸਨ। ਇਸ ਵੇਲੇ ਗੁਰੂ ਸਾਹਿਬ ਜੀ ਹੱਸ ਪਏ। ਜਿਸ ਹਾਸੇ ਨੂੰ ਵੇਖ ਕੇ ਸਾਰੇ ਸਿੱਖ ਅਚਰਜ ਰਹਿ ਗਏ ਔਰ ਇੱਕ ਪ੍ਰੇਮੀ ਨੇ ਐਸੀ ਨਿਮਰਤਾ ਨਾਲ ਹੱਥ ਜੋੜ ਕੇ ਇਸ਼ਾਰਾ ਕੀਤਾ ਤੇ ਗੁਰੂ ਜੀ ਸਮਝ ਗਏ ਕਿ ਇਹ ਸਾਡੇ ਹਾਸੇ ਦਾ ਕਾਰਨ ਪੁੱਛਦਾ ਹੈ। ਤਦ ਕਰੁਣਾਨਿਧ ਗੁਰੂ ਜੀ ਨੇ ਕਿਹਾ, ਭਾਈ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਦੇ ਚਲਤ ਵੱਡੇ ਅਚਰਜ ਹਨ। ਹੁਣ ਸੰਸਾਰ ਦੀ ਰੱਖਿਆ ਕਰਨ ਲਈ 10ਵਾਂ ਜਾਮਾ ਪ੍ਰਗਟ ਹੋਇਆ ਹੈ। ਤਦ ਇੱਕ ਸਿੱਖ ਨੇ ਹੱਥ ਬੰਨ੍ਹ ਕੇ ਕਿਹਾ, ਮਹਾਰਾਜ, 9ਵਾਂ ਜਾਮਾ ਤਾਂ ਆਪ ਪ੍ਰਤੱਖ ਬੈਠੇ ਹੋ, ਫਿਰ 10ਵੇਂ ਜਾਮੇ ਦਾ ਕੀ ਤਾਤਪਰ? ਗੁਰੂ ਜੀ ਕਹਿਣ ਲੱਗੇ, ਸੱਚ ਹੈ, ਪਰ ਇਸ ਖੇਡ ਦੀ ਸਮਝ ਖੇਡਣ ਵਾਲੇ ਨੂੰ ਹੈ। ਹਾਂ, ਇੱਕ ਤੁਸੀਂ ਸਮਝ ਸਕਦੇ ਹੋ ਕਿ ਉਹ ਜੋਤ ਜੋ 9ਵਾਂ ਜਾਮਿਆਂ ਵਿੱਚ ਜਗਤ ਦਾ ਉਧਾਰ ਕਰਦੀ ਆਈ ਹੈ, ਅੱਗੇ ਅੱਜ ਰਾਤ ਉਸੇ ਜੋਤ ਨੂੰ 10ਵੇਂ ਜਾਮੇ ਵਿੱਚ ਪ੍ਰਵੇਸ਼ ਕਰਨ ਕਰਕੇ 10ਵਾਂ ਜਾਮਾ ਆਖਿਆ ਗਿਆ ਹੈ। ਉਹਨਾਂ ਨੂੰ ਆਗਿਆ ਹੋਈ ਹੈ, ਅੱਜ ਜਾਮੇ ਦਾ ਅਵਤਾਰ ਹੋਇਆ ਹੈ ਜਿਸ ਵਿੱਚ ਜੋਤ ਨੇ ਬਿਰਾਜਮਾਨ ਹੋਣਾ। ਫਿਰ ਦੂਜਾ ਸਿੱਖ ਬੋਲਿਆ, ਸੱਚੇ ਪਾਤਸ਼ਾਹ ਜੀ, ਸਾਡੀ ਸਮਝ ਨਹੀਂ ਕੰਮ ਕਰਦੀ, ਕੀ ਆਪ ਸਾਨੂੰ ਛੱਡ ਜਾਓਗੇ? ਗੁਰੂ ਜੀ ਬੋਲੇ, ਨਹੀਂ ਭੋਲਿਆ, ਅਜੇ ਸਮਾਂ ਨਹੀਂ ਆਇਆ, ਪਰ ਜਦ ਅਸੀਂ ਇਹ ਜਾਮਾ ਤਿਆਗ ਦਿਆਂਗੇ ਤਦ ਗੁਰੂ ਨਾਨਕ ਦੇਵ ਜੀ ਦੀ ਜੋਤ ਉਸ ਜਾਮੇ ਵਿੱਚ ਕੰਮ ਕਰੇਗੀ ਜੋ ਪਟਨੇ ਵਿੱਚ ਜਾਮਾ ਅਵਤਾਰੀ ਹੋਇਆ ਹੈ। ਫਿਰ ਦੂਜਾ ਸਿੱਖ ਹੋਰ ਬੋਲਿਆ, ਪਾਤਸ਼ਾਹ, ਸਾਡੀ ਅਕਲ ਬੜੀ ਠੁੱਲੀ ਹੈ, ਆਪ ਦੀ ਜੋਤ ਹੋਰ ਜਾਮਾ ਵਟਾਏਗੀ ਤੇ ਜੋ ਜਾਮਾ ਅੱਜ ਪ੍ਰਗਟਾਇਆ ਹੈ ਉਹ ਅਵਤਾਰ ਨਹੀਂ। ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸਿੱਖੋ, ਇਹ ਇੱਕ ਦੀਵੇ ਨਾਲੋਂ ਦੀਵੇ ਜਗਣ ਵਾਲੀ ਗੱਲ ਹੈ। ਉਹ ਜਾਮਾ ਵੀ ਅਵਤਾਰੀ ਹੈ ਔਰ ਗੁਰੂ ਨਾਨਕ ਦੀ ਜੋਤ ਤੋਂ ਖਾਲੀ ਵੀ ਨਹੀਂ ਹੈ, ਪਰ ਅਸੀਂ ਅਜੇ ਇਸ ਰੂਪ ਨੂੰ ਛੱਡ ਕੇ ਉਸ ਵਿੱਚ ਪ੍ਰਵੇਸ਼ ਕੁਝ ਕਾਲ ਠਹਿਰ ਕੇ ਕਰਾਂਗੇ। ਇਸ ਵੇਲੇ 5-4 ਨਿੱਜ ਦੇ ਰਹਿਣ ਵਾਲੇ ਸਿੱਖ ਸੋਚ ਵਿੱਚ ਪੈ ਗਏ ਕਿ ਸਤਿਗੁਰ ਕਿਉਂ ਸਾਰੀ ਰਾਤ ਸਮਾਧੀ ਸਥਿਤ ਰਹੇ, ਆਸਣ ਤੋਂ ਉੱਠੇ ਹੀ ਨਹੀਂ। ਖਬਰੇ ਆਤਮਿਕ ਦੁਨੀਆ ਵਿੱਚ ਅੱਜ ਰਾਤ ਕੀ ਹੁੰਦਾ ਰਿਹਾ ਹੈ, ਇਹਨਾਂ ਦੀ ਲੀਲਾ ਨੂੰ ਇਹੋ ਹੀ ਜਾਣਨ। ਸਾਧ ਕੀ ਸੋਭਾ ਸਾਧ ਬਣ ਆਈ। ਫਿਰ ਇੱਕ ਸਿੱਖ ਨੇ ਸੋਚ ਸੋਚ ਕੇ ਕਿਹਾ ਕਿ ਮਹਾਰਾਜ ਜੀ, ਆਪ ਦੇ ਗ੍ਰਹਿ ਸਾਹਿਬਜ਼ਾਦੇ ਹੋਏ ਹਨ। ਤਾਂ ਗੁਰੂ ਜੀ ਨੇ ਬੜੀ ਅਗੰਮੇ ਔਰ ਸਹਿਜ ਨਾਲ ਸਿਰ ਨਿਵਾ ਕੇ ਆਗਿਆ ਦਾ ਪ੍ਰਗਟਾ ਕੀਤਾ ਕਿ ਹਾਂ, ਅਗੰਮੀ ਮਰਦ ਪ੍ਰਗਟਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।